ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 22 ਸਤੰਬਰ ਹੈ, ਦਿਨ ਬੁੱਧਵਾਰ ਹੈ। ਅੱਜ ਦੇ ਦਿਨ ਦੀਆਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। ਅਤੇ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਦਿਹਾੜਾ ਵੀ ਪਾਕਿਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਦੇ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੱਖ-ਵੱਖ ਤਰੀਕਾਂ ਦੇ ਇਹ ਮਨਾਇਆ ਜਾ ਰਿਹਾ ਹੈ। ਭਾਰਤ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ 1 ਅਕਤੂਬਰ ਨੂੰ ਅਤੇ ਪਾਕਿਸਤਾਨ ਦੇ ਵਿੱਚ PSGPC ਦੇ ਵੱਲੋਂ ਇਹ ਅੱਜ ਮਨਾਇਆ ਜਾ ਰਿਹਾ ਹੈ। ਅਤੇ ਅੱਜ ਜੋਤੀ ਜੋਤ ਪੁਰਬ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਾਕਿਸਤਾਨ ਪਹੁੰਚੇ ਹੋਏ ਨੇ। ਜੋਤੀ ਜੋਤ ਦਿਹਾੜੇ ਮੌਕੇ ਕੱਲ੍ਹ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ, ਜੋ ਦੇਰ ਸ਼ਾਮ ਜੈਕਾਰਿਆਂ ਦੀ ਗੂੰਜ ਵਿੱਚ ਕਰਤਾਰਪੁਰ ਲਾਂਘੇ ਤੇ ਪਾਕਿਸਤਾਨ ਦੀ ਹੱਦ ਤੱਕ ਪਹੁੰਚਿਆ। ਭਾਰਤੀ ਸੰਗਤ ਨੂੰ ਸਵਾਗਤ ਦੀ ਇਜਾਜ਼ਤ ਨਹੀਂ ਮਿਲੀ, ਇਸ ਕਰਕੇ ਸੰਗਤ ਨੇ ਦੂਰੋਂ ਹੀ ਜੈਕਾਰੇ ਗਜਾਏ। ਗੁਰੂ ਨਾਨਕ ਸਾਹਿਬ ਪਾਕਿਸਤਾਨ ਦੇ ਵਿੱਚ ਇਸੇ ਸਥਾਨ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਿੱਥੇ ਸੁਸ਼ੋਭਿਤ ਹੈ, ਉੱਥੇ ਹੀ ਜੋਤੀ ਜੋਤ ਸਮਾਏ ਸੀ। ਦੂਜੀ ਗੱਲ ਮੌਸਮ ਦੀ ਕਰਾਂਗੇ। ਮੌਸਮ ਵਿਭਾਗ ਦੀ ਪੇਸ਼ੀਨਗੋਈ ਦੇ ਮੁਤਾਬਿਕ ਪਿਛਲੇ 1-2 ਦਿਨਾਂ ਤੋਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਸਮੇਤ ਭਾਰਤ ਦੇ ਕਈ ਹੋਰ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ। ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਵੀ ਮੀਂਹ ਪੈਣ ਕਾਰਨ ਪਾਰਾ ਡਿੱਗਿਆ ਹੈ। ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਮਾਹੌਲ ਹੈ। ਗਰਮੀ ਤੋਂ ਥੋੜੀ ਰਾਹਤ ਹੈ ਜਿਹੜੀ ਮਿਲੀ ਹੈ ਤੇ ਮੌਸਮ ਬਦਲਣਾ ਸ਼ੁਰੂ ਹੋ ਗਿਆ। ਮੌਸਮ ਵਿਭਾਗ ਦੇ ਮੁਤਾਬਿਕ ਅੱਜ ਅਤੇ ਕੱਲ੍ਹ ਨੂੰ ਤੇਜ਼ ਮੀਂਹ ਹੈ ਜਿਹੜਾ ਉਹ ਪੈ ਸਕਦਾ ਹੈ ਅਤੇ 24 ਤੇ 25 ਸਤੰਬਰ ਨੂੰ ਚੰਡੀਗੜ੍ਹ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਤੇ ਮੀਂਹ ਦੇ ਪਾਣੀ ਕਾਰਨ ਰੂਪਨਗਰ ਦੇ ਵਿੱਚ ਇੱਕ ਦੋਧੀ ਦੀ ਵੀ ਮੌਤ ਹੋ ਗਈ ਹੈ। ਇੱਥੇ ਘਟਨਾ ਵਾਪਰੀ ਹੈ ਸਵੇਰੇ ਕੱਲ ਤੇਜ਼ ਮੀਂਹ ਪੈਣ ਕਾਰਨ ਰੂਪਨਗਰ ਦੀਆਂ ਗਲੀਆਂ ਵਿੱਚ ਬਰਸਾਤੀ ਪਾਣੀ ਖੜ ਗਿਆ ਤਾਂ ਉਸ ਪਾਣੀ ਵਿੱਚ ਆਏ ਕਰੰਟ ਕਾਰਨ ਇੱਕ ਦੋਧੀ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਦੋਧੀ ਬਿਲਕੁਲ ਹੀ ਮੁੱਛ-ਫੁੱਟ ਗੱਭਰੂ ਸੀ, 19 ਸਾਲ ਦੀ ਸਾਰੀ ਉਮਰ ਸੀ। ਛੋਟੀ ਹਵੇਲੀ ਪਿੰਡ ਦੇ ਸਾਹਿਬ ਸਿੰਘ ਵਜੋਂ ਪਛਾਣ ਹੋਈ ਹੈ। ਪੰਜਾਬ ਦੇ ਵਿੱਚ ਕੌਣ ਬਣੇਗਾ ਮੁੱਖ ਮੰਤਰੀ ਦਾ ਚਿਹਰਾ ਤਾਂ ਸਾਫ਼ ਹੋ ਗਿਆ, ਪਰ ਹੁਣ ਕੌਣ ਬਣਨਗੇ ਮੰਤਰੀ, ਇਸ ਨੂੰ ਲੈ ਕੇ ਜਿਹੜੇ ਸਵਾਲ ਨੇ ਉਹ ਉੱਠ ਰਹੇ ਨੇ। ਕੱਲ ਨਵੀਂ ਸਰਕਾਰ ਦਿੱਲੀ ਪਹੁੰਚੀ ਅਤੇ ਦਿੱਲੀ ਤੋਂ ਬਾਅਦ ਰਾਤ ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਵੀ ਲੈਂਡ ਹੋ ਗਈ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਦੋਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੇ OP ਸੋਨੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਨਤਮਸਤਕ ਹੋਏ। ਪ੍ਰਕਾਸ਼ ਦੇ ਵੇਲੇ ਉਹਨਾਂ ਨੇ ਆਪਣੀ ਹਾਜ਼ਰੀ ਭਰੀ। ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉਸ ਵਕਤ ਪਾਲਕੀ ਨੂੰ ਮੋਢਾ ਵੀ ਦਿੰਦੇ ਦਿਖਾਈ ਦਿੱਤੇ। ਕਾਂਗਰਸ ਦੇ ਨਵੇਂ ਅਹੁਦੇਦਾਰ ਵੀ ਐਲਾਨ ਦਿੱਤੇ ਗਏ ਨੇ ਤੇ ਇਸ ਦੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਨੇ ਦੇਰ ਰਾਤ ਦਿੱਤੀ, ਜਿਸ ਨੂੰ ਰਾਹੁਲ ਗਾਂਧੀ ਨੇ ਪ੍ਰਵਾਨ ਕਰ ਲਿਆ ਹੈ। ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੇ ਵੱਲੋਂ ਇਹ ਜਾਰੀ ਕੀਤੀ ਗਈ ਹੈ ਚਿੱਠੀ, ਜਿਸ ਦੇ ਮੁਤਾਬਿਕ ਹੁਣ ਵਿਧਾਇਕ ਪ੍ਰਗਟ ਸਿੰਘ ਦੇ ਨਾਲ ਯੋਗਿੰਦਰਪਾਲ ਢਿੰਗਰਾ ਵੀ ਜਨਰਲ ਸਕੱਤਰ ਹੋਣਗੇ। ਗੁਲਜ਼ਾਰ ਅੰਦਰ ਚਾਹਲ ਨੂੰ ਪਾਰਟੀ ਦਾ ਖਜ਼ਾਨਚੀ ਬਣਾਇਆ ਗਿਆ ਹੈ। ਜਾਣਕਾਰੀ ਮਿਲ ਰਹੀ ਹੈ ਜਿਹੜੀ ਸੂਤਰਾਂ ਤੋਂ, ਉਸ ਦੇ ਮੁਤਾਬਿਕ ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਹੈ ਜਿਹੜੀ ਇਹਨਾਂ ਦੀ ਛਾਂਟੀ ਹੋ ਸਕਦੀ ਹੈ। ਪ੍ਰਗਟ ਸਿੰਘ ਨੂੰ ਵਜ਼ੀਰੀ ਮਿਲੇਗੀ। ਇਸ ਦੇ ਨਾਲ ਗਿਲਜੀਆਂ ਅਤੇ ਨਾਗਰਾਂ ਨੂੰ ਵੀ ਵਜ਼ੀਰੀ ਮਿਲਣ ਦੇ ਆਸਾਰ ਹੈਗੇ ਨੇ। ਇਸੇ ਦਰਮਿਆਨ ਸਾਬਕਾ ਵਜ਼ੀਰ ਵੀ ਹੁਣ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਜਿਹੜੇ ਮੌਜੂਦਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਉਹ ਵੀ ਦਿੱਲੀ ਪਹੁੰਚ ਗਏ ਨੇ। ਬਲਵੀਰ ਸਿੱਧੂ ਕਾਂਗਰਸ ਦੀ ਸੀਨੀਅਰ ਲੀਡਰ ਅੰਬਿਕਾ ਸੋਨੀ ਦੇ ਕਾਫੀ ਨੇੜੇ ਦੱਸੇ ਜਾਂਦੇ ਨੇ ਅਤੇ ਬਲਵੀਰ ਸਿੰਘ ਸਿੱਧੂ ਦਾ ਨਾਮ ਵੀ ਕਿਤੇ ਨਾ ਕਿਤੇ ਆ ਰਿਹਾ ਹੈ ਕਿ ਉਹਨਾਂ ਦੀ ਛਾਂਟੀ ਹੈ ਜਿਹੜੀ ਉਹ ਹੋ ਸਕਦੀ ਹੈ। 1-2 ਦਿਨਾਂ ਦੇ ਵਿੱਚ ਪੰਜਾਬ ਵਜ਼ਾਰਤ ਦੇ ਵਿੱਚ ਜਿਹੜਾ ਫੇਰ ਬਦਲ ਹੈ ਉਸ ਦਾ ਐਲਾਨ ਕਰ ਦਿੱਤਾ ਜਾਏਗਾ। ਕੈਨੇਡਾ ਦੇ ਵਿੱਚ ਵੋਟਾਂ ਦੀ ਗਿਣਤੀ ਭਾਵੇਂ ਹਾਲੇ ਲਗਾਤਾਰ ਚੱਲ ਰਹੀ ਹੈ, ਪਰ ਇਹ ਸਾਫ਼ ਹੋ ਗਿਆ ਹੈ ਕਿ ਜਸਟਿਨ ਟਰੂਡੋ ਦੀ ਅਗਵਾਈ ਦੇ ਵਿੱਚ ਘੱਟ ਗਿਣਤੀ ਸਰਕਾਰ ਹੀ ਬਣੇਗੀ। ਪੰਜਾਬੀਆਂ ਦੀ ਗੱਲ ਕਰ ਲਈਏ ਤਾਂ 17-18 ਦੇ ਕਰੀਬ ਪੰਜਾਬੀ ਜਿਹੜੇ ਨੇ ਹੁਣ ਤੱਕ ਜਿੱਤ ਚੁੱਕੇ ਨੇ। ਬਰੈਂਪਟਨ ਦੀਆਂ 5 ਸੀਟਾਂ ਤੇ ਲਿਬਰਲ ਪਾਰਟੀ ਦੇ ਵੱਲੋਂ 5 ਪੰਜਾਬੀ ਚੁਣੇ ਗਏ ਨੇ। ਹਾਲਾਂਕਿ ਜਸਟਿਨ ਟਰੂਡੋ ਨੂੰ ਬਹੁਮਤ ਹਾਸਲ ਤਾਂ ਨਹੀਂ ਹੋ ਸਕਿਆ, ਕੁਝ ਕੁ ਸੀਟਾਂ ਦੀ ਕਸਰ ਰਹਿ ਗਈ ਹੈ, ਪਰ NDP ਦੇ ਜਿਹੜੇ ਪ੍ਰਧਾਨ ਹੈਗੇ ਨੇ ਜਗਮੀਤ ਸਿੰਘ ਉਹੀ ਇਸ ਵਾਰ ਵੀ ਕਿੰਗ ਮੇਕਰ ਬਣਨਗੇ ਜਿਵੇਂ 2019 ਦੀ ਸਰਕਾਰ ਦੇ ਵੇਲੇ ਹੋਇਆ ਸੀ। ਸੁਪਰੀਮ ਕੋਰਟ ਦੇ ਇੱਕ ਫੈਸਲੇ ਦੇ ਨਾਲ ਪਾਵਰਕੌਮ ਨੂੰ ਰਾਹਤ ਮਿਲੀ ਹੈ। ਸੁਪਰੀਮ ਕੋਰਟ ਵਿੱਚ ਫੈਸਲਾ ਹੋਣ ਤੋਂ ਬਾਅਦ ਹੁਣ ਪਾਵਰਕੌਮ ਆਪਣੀ ਪਛਵਾੜਾ ਕੋਲਾ ਖਾਣ ਤੋਂ ਕੋਲਾ ਲੈ ਸਕੇਗਾ, ਜਿਸ ਨਾਲ ਪੰਜਾਬ ਵਿੱਚ ਬਿਜਲੀ ਸਸਤੀ ਹੋਣ ਦੇ ਆਸਾਰ ਬਣਨਗੇ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਸੁਪਰੀਮ ਕੋਰਟ ਦਾ ਇਹ ਫੈਸਲਾ ਖੁਸ਼ਖਬਰੀ ਲੈ ਕੇ ਆਇਆ ਕਿ ਪੰਜਾਬ ਸਰਕਾਰ ਹੁਣ ਬਿਜਲੀ ਸਸਤੀ ਕਰਨ ਦੀ ਪਹੁੰਚ ਵਿੱਚ ਹੋ ਜਾਏਗੀ, ਕਿਉਂਕਿ ਨਵੇਂ ਮੁੱਖ ਮੰਤਰੀ ਨੇ ਬਿਜਲੀ ਨੂੰ ਲੈ ਕੇ ਵੀ ਅਹਿਮ ਐਲਾਨ ਕੀਤੇ ਨੇ ਤੇ ਪਾਵਰਕੌਮ ਦੇ CMD ਏ ਵੇਣੂ ਪ੍ਰਸਾਦ ਨੇ ਕਿਹਾ ਕਿ ਕੋਲੇ ਦੀ ਕਮੀ ਹੁਣ ਪੂਰੀ ਹੋ ਜਾਏਗੀ।
ਜਾਏਗੀ। ਪਾਵਰਕੌਮ ਨੂੰ ਸਾਲਾਨਾ ਕਰੀਬ 500 ਕਰੋੜ ਰੁਪਏ ਦਾ ਫਾਇਦਾ ਹੋਏਗਾ, ਜਿਸ ਨਾਲ 20 ਤੋਂ 25 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤੀ ਦੇ ਸਕਾਂਗੇ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੇ ਜਾਣ ਤੋਂ ਬਾਅਦ ਹੁਣ ਅਕਾਲੀਆਂ ਤੇ ਕਿਸਾਨਾਂ ਦੇ ਸਿੰਘ ਮੁੜ ਤੋਂ ਫਸ ਗਏ ਨੇ। ਰਾਜੇਵਾਲ ਨੇ ਇਲਜ਼ਾਮ ਲਾਇਆ ਕਿ ਕਿਸਾਨ ਅੰਦੋਲਨ ਦਾ ਨਾਅਰਾ ਲਾਉਣ ਦੀ ਥਾਂ ਅਕਾਲੀਆਂ ਨੇ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਾਏ, ਜਦਕਿ ਕੱਲ ਫਿਰ ਅਕਾਲੀ ਲੀਡਰਾਂ ਨੇ ਇਲਜ਼ਾਮ ਲਾਏ ਕਿ ਕਿਸਾਨਾਂ ਦੇ ਭੇਖ ਦੇ ਵਿੱਚ ਸ਼ਰਾਰਤੀਆਂ ਨੇ ਅਕਾਲੀਆਂ ਦਾ ਅਪਮਾਨ ਕੀਤਾ। ਜੰਮੂ ਕਸ਼ਮੀਰ ਦੇ ਉਧਮਪੁਰ ਦੇ ਵਿੱਚ ਕੱਲ ਪਤਨੀਟਾਪ ਦੇ ਨੇੜੇ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ 에ਅਰ ਮਾਰਸ਼ਲ VR ਚੌਧਰੀ ਹੋਣਗੇ। 에ਅਰ ਚੀਫ ਮਾਰਸ਼ਲ RKS ਭਦੌੜੀਆ ਦੀ ਥਾਂ ਲੈਣਗੇ, ਜਿਹੜੇ ਕਿ 30 ਸਤੰਬਰ ਨੂੰ ਇਸ ਅਹੁਦੇ ਤੋਂ ਫਾਰਗ ਹੋ ਰਹੇ ਨੇ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਰਕਾਰੀ ਮੁਲਾਜ਼ਮਾਂ ਦੇ ਤਨਖਾਹ ਦੇ ਵਿੱਚ 15% ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ, ਪਰ ਮੁਲਾਜ਼ਮਾਂ ਦੇ ਵੱਲੋਂ ਤਨਖਾਹ ਸਕੇਲ ਦੇ ਵਿੱਚ ਇਸ ਵਾਧੇ ਦਾ ਵਿਰੋਧ ਕੀਤਾ ਗਿਆ ਹੈ। ਮੁਲਾਜ਼ਮਾਂ ਨੇ ਇਸ ਵਾਧੇ ਨੂੰ ਜ਼ਖਮਾਂ ਤੇ ਲੂਣ ਛਿੜਕਣ ਬਰਾਬਰ ਦੱਸਿਆ ਹੈ। ਮੁਲਾਜ਼ਮ ਲੀਡਰ ਦਲਜੀਤ ਭਾਂਖਰ ਨੇ ਕਿਹਾ ਕਿ ਸਾਨੂੰ ਇਹ ਲੰਗੜਾ ਤਨਖਾਹ ਕਮਿਸ਼ਨ ਮਨਜ਼ੂਰ ਨਹੀਂ ਹੈ। ਇਸ ਬੇਤੁਕੇ ਨੋਟੀਫਿਕੇਸ਼ਨ ਦੇ ਨਾਲ 2011 ਦੇ ਅਨਰਿਵਾਈਜ਼ਡ ਅਤੇ ਪਾਰਸ਼ਲੀ ਰਿਵਾਈਜ਼ਡ ਮੁਲਾਜ਼ਮ ਆਪਣੇ ਹੱਕਾਂ ਤੋਂ ਹੋਰ ਦੂਰ ਹੋ ਜਾਣਗੇ। ਪਟਿਆਲਾ ਦੇ ਵਿੱਚ ਪੰਜਾਬ ਪੁਲਿਸ ਵਿੱਚ 2016 ਦੌਰਾਨ ਹੋਈਆਂ ਸਿਪਾਹੀਆਂ ਦੀਆਂ ਭਰਤੀਆਂ ਮਗਰੋਂ ਖਾਲੀ ਪਈਆਂ ਅਸਾਮੀਆਂ ਤੇ ਰੱਖਣ ਦੀ ਮੰਗ ਨੂੰ ਲੈ ਕੇ 6 ਸਤੰਬਰ ਤੋਂ ਪਟਿਆਲਾ ਦੇ ਪਾਸੀ ਰੋਡ ਤੇ ਸਥਿਤ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਅਤੇ ਹੇਠਾਂ ਸੜਕੀ ਆਵਾਜਾਈ ਰੋਕ ਕੇ ਬੈਠੇ ਵੇਟਿੰਗ ਲਿਸਟ ਉਮੀਦਵਾਰਾਂ ਨੇ 15 ਦਿਨਾਂ ਬਾਅਦ ਆਪਣਾ ਧਰਨਾ ਖਤਮ ਕਰ ਦਿੱਤਾ ਹੈ ਤੇ ਹੁਣ ਇਸ ਸੜਕ ਦੇ ਉੱਤੇ ਆਵਾਜਾਈ ਚਾਲੂ ਹੋ ਗਈ ਹੈ। ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਥਾਣਾ ਸਿਵਲ ਲਾਈਨ ਦੇ SHO ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਉੱਚ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਕਿ ਇਹਨਾਂ ਨੂੰ ਜਲਦੀ ਹੀ ਜਿਹੜਾ ਨੌਕਰੀਆਂ ਦੀਆਂ ਚਿੱਠੀਆਂ ਜਾਰੀ ਕੀਤੀਆਂ ਜਾਣਗੀਆਂ, ਜਿਸ ਤੋਂ ਬਾਅਦ ਇਹਨਾਂ ਨੇ ਧਰਨਾ ਚੁੱਕ ਦਿੱਤਾ। ਯੂਥ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਵਿਦਿਆਰਥੀ ਜਥੇਬੰਦੀ SOI ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਮੁਹਾਲੀ ਪੁਲਿਸ ਨੇ ਗੈਂਗਸਟਰ ਅਮਨ ਡਾਗਰ ਦੇ ਸਹਿਯੋਗੀ ਗੈਂਗਸਟਰ ਕੌਸ਼ਲ ਗੁੜਗਾਉਂ ਨੂੰ ਪੜਤਾਲ ਦੇ ਲਈ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ਤੇ ਹਿਰਾਸਤ ਵਿੱਚ ਲਿਆ ਹੈ। ਉਸ ਖਿਲਾਫ ਕਤਲ ਸਣੇ ਹੋਰ ਕਈ ਮਾਮਲੇ ਦਰਜ ਨੇ। ਮਾਲਵੇ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਹਮਲਾ ਕੀਤਾ, ਉਸ ਤੋਂ ਪੀੜਤ ਕਿਸਾਨਾਂ ਦੇ ਲਈ ਆਮ ਆਦਮੀ ਪਾਰਟੀ ਨੇ 100% ਮੁਆਵਜ਼ੇ ਦੀ ਮੰਗ ਕੀਤੀ ਹੈ। ਇਹਨਾਂ ਕਿਹਾ ਕਿ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਬਾਦਲ ਸਰਕਾਰ ਦੌਰਾਨ 2015 ਵਿੱਚ ਹੋਏ ਚਿੱਟੀ ਮੱਖੀ ਕੀਟਨਾਸ਼ਕ ਕਥਿਤ ਘਪਲੇ ਦੇ ਬਰਾਬਰ ਹੈ। ਮਾਲਵਾ ਇਲਾਕੇ ਦੀ ਨਰਮੇ ਦੀ ਪੂਰੀ ਫਸਲ ਬਰਬਾਦ ਹੋ ਗਈ ਹੈ। ਕਿਸਾਨਾਂ ਦੇ ਵੱਲੋਂ ਕਈ ਵਾਰੀ ਕੀਟਨਾਸ਼ਕ ਦਵਾਈਆਂ ਵੀ ਛਿੜਕੀਆਂ ਗਈਆਂ ਨੇ, ਪਰ ਗੁਲਾਬੀ ਸੁੰਡੀ ਦਾ ਕਹਿਰ ਹੈ ਜਿਹੜਾ ਉਹ ਨਹੀਂ ਜਾ ਰਿਹਾ। ਪੀੜਤ ਕਿਸਾਨਾਂ ਨੂੰ ਘੱਟੋ-ਘੱਟ 50,000 ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਦੁਆਬੇ ਤੋਂ ਵੀ ਖਬਰ ਆ ਰਹੀ ਹੈ, ਜਿੱਥੇ ਖੇਤਾਂ ਦੇ ਵਿੱਚ ਪਾਣੀ ਭਰਨ ਕਾਰਨ ਆਲੂਆਂ ਦੀ ਫਸਲ ਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਤੇ ਭਾਰੀ ਮੀਂਹ ਕਾਰਨ ਝੋਨੇ ਦੀ ਵਾਢੀ ਵੀ ਪਛੜ ਗਈ ਹੈ। SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਮੰਗ ਕੀਤੀ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮਾਫੀ ਸੰਬੰਧੀ ਕੇਂਦਰ ਸਰਕਾਰ ਛੇਤੀ ਫੈਸਲਾ ਕਰੇ। ਇਸ ਬਾਰੇ ਚਿੱਠੀ ਵੀ ਲਿਖੀ ਜਾਵੇਗੀ। ਵੱਡੀ ਖਬਰ ਇੱਕ ਦਿੱਲੀ ਤੋਂ ਹੈ, ਜਿੱਥੇ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਮੈਂਬਰ ਵਜੋਂ ਨਾਮਜ਼ਦਗੀ ਰੱਦ ਕਰ ਦਿੱਤੀ ਹੈ। ਸਿਰਸਾ ਦੇ ਗੁਰਮੁਖੀ ਦੇ ਪੇਪਰ ਵਿੱਚ ਨਾਕਾਮ ਰਹਿਣ ਕਾਰਨ ਨਾਮਜ਼ਦਗੀ ਪੱਤਰ ਰੱਦ ਕੀਤਾ ਗਿਆ। ਚੋਣ ਬੋਰਡ ਦੇ ਡਾਇਰੈਕਟਰ ਨਰਿੰਦਰ ਸਿੰਘ ਵੱਲੋਂ ਆਪਣੇ ਫੈਸਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਦੇ ਸੈਕਸ਼ਨ 10 ਵਿੱਚ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਲਈ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਸਿਰਸਾ ਨੂੰ ਅਯੋਗ ਕਰਾਰ ਦਿੱਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1358 ਤੇ ਲਿਖੀ ਗੁਰਬਾਣੀ ਉਹ ਨਹੀਂ ਪੜ੍ਹ ਸਕੇ। ਆਪਣੀ ਮਰਜ਼ੀ ਦੇ ਕੁੱਲ 46 ਸ਼ਬਦ ਵੀ ਉਹਨਾਂ ਨੇ ਗੁਰਮੁਖੀ ਵਿੱਚ ਲਿਖਣੇ ਸੀ, ਜਿਨ੍ਹਾਂ ਵਿੱਚੋਂ 27 ਗਲਤ ਸੀਗੇ। ਹਰਵਿੰਦਰ ਸਿੰਘ ਸਰਨਾ ਨੇ ਸਿਰਸਾ ਦੀ ਨਾਮਜ਼ਦਗੀ ਨੂੰ ਚੁਣੌਤੀ ਦਿੱਤੀ ਸੀ। ਉਸ ਤੋਂ ਬਾਅਦ ਸਿਰਸਾ ਨੇ ਇਲਜ਼ਾਮ ਲਾਇਆ ਕਿ ਚੋਣ ਬੋਰਡ ਦੇ ਡਾਇਰੈਕਟਰ ਤੋਂ ਸਾਨੂੰ ਇਹੀ ਉਮੀਦ ਸੀ, ਕਿਉਂਕਿ ਵਿਰੋਧੀਆਂ ਨਾਲ ਮਿਲ ਕੇ ਇੱਕ ਪਾਸੜ ਫੈਸਲੇ ਕਰ ਰਹੇ ਨੇ ਤੇ 24 ਸਤੰਬਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਇਸ ਦਾ ਨਿਤਾਰਾ ਹੋ ਜਾਵੇਗਾ। ਪਟਿਆਲਾ ਦੇ ਵਿੱਚ ਪਾਵਰਕੌਮ ਦੇ ਜਿਹੜੇ ਮ੍ਰਿਤਕ ਮੁਲਾਜ਼ਮ ਹੈਗੇ ਨੇ, ਉਹਨਾਂ ਦੇ ਸਕੇ ਸੰਬੰਧੀ ਪਿਛਲੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਨੇ। ਉਹਦੇ ਵਿੱਚ 4 ਧਰਨਾਕਾਰੀਆਂ ਨੇ ਕੱਲ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, 3 ਨੇ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, 1 ਨੇ ਜ਼ਹਿਰੀਲੀ ਚੀਜ਼ ਖਾ ਲਈ, ਪਰ ਨਾਲ ਦੇ ਸਾਥੀਆਂ ਦੀ ਕੋਸ਼ਿਸ਼ ਸਦਕਾ ਉਹਨਾਂ ਨੂੰ ਬਚਾ ਲਿਆ ਗਿਆ। ਜ਼ੀਰਕਪੁਰ ਦੇ ਇੱਕ ਹੋਟਲ ਦੇ ਵਿੱਚ ਨਾਬਾਲਿਗ 15 ਸਾਲ ਦੀ ਬੱਚੀ ਦੇ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੜਤਾਲ ਦੇ ਵਿੱਚ ਸਾਹਮਣੇ ਆਇਆ ਹੈ ਕਿ ਬੱਚੀ ਦੀ ਮਾਂ ਨੇ ਹੀ ਉਸ ਨੂੰ ਇਹ ਕਾਰਾ ਕਰਨ ਦੇ ਲਈ ਮਜਬੂਰ ਕੀਤਾ ਹੈ। ਬੱਚੀ ਦੇ ਮਾਂ-ਪਿਓ ਨੇ ਜਿਹੜੇ ਉਹ ਦੋਵੇਂ ਵੱਖ-ਵੱਖ ਰਹਿੰਦੇ ਨੇ ਤੇ ਕੁੜੀ ਆਪਣੀ ਮਾਂ ਨਾਲ ਬਠਿੰਡੇ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦੀ ਹੈ। ਛੋਟੀਆਂ ਭੈਣਾਂ ਉਸਦੇ ਪਿਓ ਨਾਲ ਰਹਿੰਦੀਆਂ ਨੇ। ਲੜਕੀ ਨੇ ਦੱਸਿਆ ਕਿ ਉਸਦੀ ਮਾਂ ਨੇ 14 ਸਤੰਬਰ ਨੂੰ 700 ਰੁਪਏ ਦੇ ਕੇ ਬੱਸ ਵਿੱਚ ਬਠਿੰਡੇ ਤੋਂ ਜ਼ੀਰਕਪੁਰ ਭੇਜ ਦਿੱਤਾ
ਦੱਸਿਆ ਕਿ ਜ਼ੀਰਕਪੁਰ ਵਿੱਚ ਉਸ ਨੂੰ ਇੱਕ ਨਵੀਂ ਨਾਂ ਦਾ ਮੁੰਡਾ ਮਿਲੂਗਾ ਤੇ ਉਹਦੇ ਘਰ ਚਲੀ ਜਾਵੇ ਤੇ ਉਸ ਤੋਂ ਬਾਅਦ ਇਹ ਸਾਰਾ ਕਾਰਾ ਜਿਹੜਾ ਵਾਪਰਿਆ ਹੈ 10,000 ਰੁਪਏ ਜਿਸ ਤੇ ਲਏ ਗਏ ਨੇ। ਹੋਟਲ ਦੇ ਵਿੱਚ ਸਾਰੀ ਰਾਤ ਅਣਪਛਾਤਿਆਂ ਦੇ ਵੱਲੋਂ ਬੱਚੀ ਦੇ ਨਾਲ ਜਬਰ ਜਨਾਹ ਕੀਤਾ ਗਿਆ। ਤੜਕੇ 3 ਵਜੇ ਹੋਟਲ ਵਿੱਚੋਂ ਭੱਜ ਕੇ ਕਿਸੇ ਤਰ੍ਹਾਂ ਬਠਿੰਡਾ ਜਾ ਪਹੁੰਚੀ ਤੇ ਪਿਤਾ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ। ਕੁੜੀ ਨੇ ਦੋਸ਼ ਲਾਇਆ ਕਿ ਮੇਰੀ ਮਾਂ ਮੈਨੂੰ ਪੈਸਿਆਂ ਦੇ ਲਈ ਦੇਹ ਵਪਾਰ ਦੇ ਵਿੱਚ ਧੱਕ ਰਹੀ ਹੈ। ਇਸ ਮਾਮਲੇ ਦੇ ਵਿੱਚ ਕੁੜੀ ਦੀ ਮਾਂ ਸਣੇ 9 ਜਣਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦਲਿਤ ਸ਼ਬਦ ਦੀ ਵਰਤੋਂ ਦਾ ਨੋਟਿਸ ਲਿਆ ਹੈ। ਦਲਿਤ ਦੀ ਬਜਾਏ ਅਨੁਸੂਚਿਤ ਜਾਤੀ ਸ਼ਬਦ ਦੀ ਵਰਤੋਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਟੀਵੀ ਚੈਨਲਾਂ ਨੂੰ ਸਖਤ ਤਾੜਨਾ ਕੀਤੀ ਗਈ ਹੈ। ਕਿਸਾਨਾਂ ਦੇ ਵੱਲੋਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੇ ਲਈ ਪੂਰੇ ਭਾਰਤ ਦੇ ਵਿੱਚ ਲਾਮਬੰਦੀ ਕੀਤੀ ਜਾ ਰਹੀ ਹੈ ਅਤੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਇਸ ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ। ਇੱਕ ਖਬਰ ਅਫਗਾਨਿਸਤਾਨ ਦੀ ਤਾਲਿਬਾਨੀ ਸਰਕਾਰ ਦੇ ਨਾਲ ਜੁੜੀ ਹੋਈ ਵੀ ਆ ਰਹੀ ਹੈ ਕਿ ਤਾਲਿਬਾਨੀ ਸਰਕਾਰ ਦੇ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਨੂੰ ਤਾਲਿਬਾਨ ਵਿੱਚ ਚੱਲ ਰਹੇ ਆਪਸੀ ਝਗੜੇ ਵਿੱਚ ਬੰਦਕ ਬਣਾ ਲਿਆ ਗਿਆ ਤੇ ਪ੍ਰਧਾਨ ਮੰਤਰੀ ਹੈਬਤੁੱਲਾ ਅਖੁੰਦਜ਼ਾਦਾ ਨੂੰ ਮਾਰ ਦਿੱਤਾ ਗਿਆ ਹੈ। ਹਾਲਾਂਕਿ ਇਸ ਦੇ ਅਧਿਕਾਰਿਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ, ਪਰ ਬ੍ਰਿਟੇਨ ਦੀ ਇੱਕ ਮੈਗਜ਼ੀਨ ਨੇ ਆਪਣੀ ਰਿਪੋਰਟ ਦੇ ਵਿੱਚ ਪੱਕੇ ਤੌਰ ਤੇ ਇਹ ਦਾਅਵਾ ਕੀਤਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਤੁਹਾਨੂੰ ਖਬਰ ਦੱਸ ਦਿੰਨੇ ਹਾਂ, ਜ਼ਰੂਰੀ ਖਬਰ ਦੱਸ ਦਿੰਨੇ ਹਾਂ ਕਿ ਈਟੀਟੀ ਅਧਿਆਪਕਾਂ ਦੀ ਭਰਤੀ ਵਾਸਤੇ ਜਿਹੜੀ ਲਿਖਤੀ ਪ੍ਰੀਖਿਆ ਹੋਣੀ ਸੀ ਉਸ ਦੀ ਤਰੀਕ ਅੱਗੇ ਪਾ ਦਿੱਤੀ ਗਈ ਹੈ। 6,635 ਈਟੀਟੀ ਕਾਡਰ ਦੀਆਂ ਅਤੇ ਜੇਲ੍ਹ ਵਿਭਾਗ ਵਿੱਚ ਈਟੀਟੀ ਕਾਡਰ ਦੀਆਂ 22 ਅਸਾਮੀਆਂ ਵਾਸਤੇ 3 ਅਕਤੂਬਰ 2021 ਨੂੰ ਲਿਖਤੀ ਪੇਪਰ ਲਿਆ ਜਾਣਾ ਸੀ, ਜਿਹੜਾ ਹੁਣ 17 ਅਕਤੂਬਰ ਨੂੰ ਲਿਆ ਜਾਏਗਾ। 3 ਨੂੰ ਨਹੀਂ, ਹੁਣ 17 ਅਕਤੂਬਰ ਨੂੰ ਇਹ ਪੇਪਰ ਹੋਏਗਾ। ਚੰਡੀਗੜ੍ਹ ਪਹੁੰਚੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਿਸਾਨ ਧਰਨੇ ਵਿੱਚ ਸ਼ਾਮਿਲ ਹੋਣ ਦਾ ਜਵਾਬ ਦਿੱਤਾ ਗਿਆ ਹੈ। ਉਹਨਾਂ ਨੇ ਅਕਾਲੀ ਦਲ ਦੇ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਵੀ ਨਕਾਰਿਆ ਹੈ। ਅੱਗੇ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸਾਂਗੇ। ਤੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਸਿੰਘੂ ਸਰਹੱਦ ਤੇ ਜਾ ਸਕਦੇ ਨੇ, ਉੱਥੇ ਜਾ ਕੇ ਉਹ ਸੰਗਤ ਦੇ ਵਿੱਚ ਬਹਿ ਸਕਦੇ ਨੇ, ਸਟੇਜ ਦੇ ਮੂਹਰੇ ਬਹਿ ਸਕਦੇ ਨੇ, ਪਰ ਸਟੇਜ ਤੋਂ ਅਸੀਂ ਕਿਸੇ ਵੀ ਲੀਡਰ ਦੇ ਨਾਲ ਸਟੇਜ ਸਾਂਝੀ ਹੈ ਜਿਹੜੀ ਉਹ ਨਹੀਂ ਕਰ ਸਕਦੇ। ਬਲਵੀਰ ਸਿੰਘ ਰਾਜੇਵਾਲ ਨੇ ਸਪਸ਼ਟ ਕਹਿ ਦਿੱਤਾ ਕਿ ਪੰਡਾਲ ਦੇ ਵਿੱਚ ਬਹਿ ਕੇ ਉਹਨਾਂ ਨੂੰ ਕਿਸਾਨ ਲੀਡਰਾਂ ਦੀ ਗੱਲ ਹੀ ਸੁਣਨੀ ਪਵੇਗੀ, ਉੱਥੇ ਉਹ ਭਾਸ਼ਣ ਨਹੀਂ ਦੇ ਸਕਦੇ। ਦਰਅਸਲ ਇੱਕ ਦਿਨ ਪਹਿਲਾਂ ਚਮਕੌਰ ਸਾਹਿਬ ਪਹੁੰਚੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਮੈਂ ਸਿੰਘੂ ਬਾਰਡਰ ਤੇ ਜਾਵਾਂਗਾ, ਉੱਥੇ ਜਾ ਕੇ ਕਿਸਾਨਾਂ ਦਾ ਆਸ਼ੀਰਵਾਦ ਲਵਾਂਗਾ। ਉਸ ਤੋਂ ਬਾਅਦ ਰਾਜੇਵਾਲ ਨੇ ਇਹ ਪ੍ਰਤੀਕਰਮ ਦਿੱਤਾ ਹੈ ਪੱਤਰਕਾਰਾਂ ਦੇ ਸਵਾਲ ਤੇ। ਸਾਨੂੰ ਇਹ ਉਮੀਦ ਨਹੀਂ ਸੀ ਵੀ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦਾ ਅਟੈਕ ਸਾਡੇ ਤੇ ਕਰੇਗਾ। ਆਮ ਬੰਦਾ ਆ ਕੇ ਬੈਠ ਜੇ, ਸੁਣ ਕੇ ਚਲਾ ਜੇ। ਜਿੱਦਾਂ ਬਾਕੀ ਲੀਡਰ ਜਾਂਦੇ ਨੇ, ਬਹਿੰਦੇ ਨੇ, ਸਪੀਚਾਂ ਸੁਣਦੇ ਨੇ, ਚਲੇ ਜਾਂਦੇ ਨੇ, ਇਦਾਂ ਉਹ ਕਰ ਲੈਣ, ਕੋਈ ਇਤਰਾਜ਼ ਨਹੀਂ ਸਾਨੂੰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ 28 ਸਤੰਬਰ ਤੋਂ ਪੰਜਾਬ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੂਹਰੇ ਪੱਕੇ ਮੋਰਚੇ ਲਾਏ ਜਾਣਗੇ, ਜਿਸ ਦੇ ਲਈ ਤਿਆਰੀਆਂ ਪੂਰੀਆਂ ਜ਼ੋਰਾਂ ਤੇ ਚੱਲ ਰਹੀਆਂ ਨੇ। ਜ਼ਿਲ੍ਹਾ ਅੰਮ੍ਰਿਤਸਰ ਦੇ 111 ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਨੇ। ਝੋਨੇ ਦੀ ਖਰੀਦ ਤੇ ਲਾਈਆਂ ਜਿਹੜੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਫਰਦਾ ਨਹੀਂ ਦੇਵਾਂਗੇ। ਚੰਨੀ ਸਰਕਾਰ ਸਾਰਾ ਕਰਜ਼ਾ ਖਤਮ ਕਰੇ, ਇਹ ਵੀ ਮੰਗ ਕੀਤੀ ਗਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੇ ਵੱਲੋਂ ਤੇ 28 ਸਤੰਬਰ ਤੋਂ ਸਾਰੇ ਡੀਸੀ ਦਫ਼ਤਰਾਂ ਦੇ ਮੂਹਰੇ ਪੱਕੇ ਮੋਰਚੇ ਲਾ ਦਿੱਤੇ ਜਾਣਗੇ ਇਸ ਕਮੇਟੀ ਦੇ ਵੱਲੋਂ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਦੋਵੇਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਦਿੱਲੀ ਪਹੁੰਚੇ ਹੋਏ ਨੇ। ਹਾਈ ਕਮਾਂਡ ਦੇ ਸੱਦੇ ਤੇ ਦਿੱਲੀ ਪਹੁੰਚੇ ਨੇ। ਇੱਥੇ ਕੈਬਨਿਟ ਦੇ ਵਿਸਥਾਰ ਤੇ ਚਰਚਾ ਹੋਏਗੀ। ਕਿਹੜੇ ਨਵੇਂ ਮੰਤਰੀ ਐਂਟਰ ਕਰਾਉਣੇ ਨੇ ਕੈਬਨਿਟ ਦੇ ਵਿੱਚ ਤੇ ਕਿਹੜਿਆਂ ਨੂੰ ਵਿਦਾਈ ਦੇਣੀ ਹੈ ਤੇ ਹੋਰ ਵੀ ਕਈ ਅਹਿਮ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ। ਜਦੋਂ ਵੀ ਮੀਟਿੰਗ ਹੋਏਗੀ ਅਪਡੇਟ ਮਿਲੇਗੀ, ਤੁਹਾਨੂੰ ਜ਼ਰੂਰ ਦੇਵਾਂਗੇ। ਤੇ ਇਹ ਜਿਹੜੇ ਗਏ ਹੈਗੇ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ, ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਦਿੱਲੀ ਗਏ ਹੈਲੀਕਾਪਟਰ ਤੇ ਨੇ, ਚਾਰਟਰਡ ਪਲੇਨ ਦੇ ਵਿੱਚ ਨੇ, ਵਿਸ਼ੇਸ਼ ਜਿਹੜੀ ਉਡਾਨ ਹੈ ਉਹਦੇ ਵਿੱਚ ਗਏ ਨੇ ਤੇ ਉੱਤੇ ਹੁਣ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ। ਪ੍ਰਾਈਵੇਟ ਜੈਟ ਦੇ ਝੂਟੇ ਨੇ ਜਿਹੜੇ ਉਹ ਚੰਨੀ ਸਾਹਿਬ ਨੂੰ ਮਹਿੰਗੇ ਪੈ ਗਏ ਨੇ, ਕਿਉਂਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕਰ ਦਿੱਤੇ ਨੇ। ਅਕਾਲੀ ਦਲ ਨੇ ਕਿਹਾ ਕਿ ਇਹ ਆਮ ਆਦਮੀ ਦਾ ਸਫ਼ਰ ਨਹੀਂ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਸੀ ਕਿ ਮੈਂ ਆਮ ਆਦਮੀ ਹਾਂ, ਤੁਹਾਡਾ ਸਾਰਿਆਂ ਦਾ ਨੁਮਾਇੰਦਾ ਹਾਂ ਤੇ ਆਮ ਆਦਮੀ ਇਸ ਤਰ੍ਹਾਂ ਸਪੈਸ਼ਲ ਜੈਟ ਦੇ ਵਿੱਚ ਬਹਿ ਕੇ ਦਿੱਲੀ ਨਹੀਂ ਜਾਂਦਾ। ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਅਕਾਲੀਆਂ ਦੀ ਆਪਣੀ ਸਰਕਾਰ ਸੀ ਤੇ ਉਹਨਾਂ ਨੇ ਜਹਾਜ਼ਾਂ ਤੇ ਕਿੰਨੇ ਝੂਟੇ ਲਏ ਨੇ ਤੇ ਉਹਨਾਂ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਕਾਲੀ ਦਲ ਨੇ ਕਿਹਾ ਕਿ
ਇਹ ਕਹਿਣ ਤੋਂ ਬਾਅਦ ਕਿ ਚੰਨੀ ਆਮ ਆਦਮੀ ਦੇ ਨਾਲ ਖੜੇ ਨੇ ਤਾਂ ਫਿਰ ਕਾਂਗਰਸ ਲੀਡਰ ਚੰਡੀਗੜ੍ਹ ਤੋਂ ਦਿੱਲੀ ਤੱਕ ਸਿਰਫ 250 ਕਿਲੋਮੀਟਰ ਦੀ ਯਾਤਰਾ ਦੇ ਲਈ ਪ੍ਰਾਈਵੇਟ ਜੈਟ ਦਾ ਇਸਤੇਮਾਲ ਕਿਉਂ ਕਰਦੇ ਨੇ। ਅਕਾਲੀ ਦਲ ਨੇ ਕਿਹਾ ਹੈ ਕਿ ਕੋਈ ਸਧਾਰਨ ਉਡਾਣਾਂ ਜਾਂ ਕਾਰਾਂ ਨਹੀਂ ਹੈਗੀਆਂ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਸਾਰਾ ਕੁਝ ਹੈਗਾ ਤਾਂ ਫਿਰ ਕਿਉਂ ਪ੍ਰਾਈਵੇਟ ਜੈਟ। ਕਹਿੰਦੇ ਕਿ ਇਸ ਹੰਕਾਰ ਭਰੀ ਦਿਖਾਵੇਬਾਜ਼ੀ ਦਾ ਉਦੇਸ਼ ਗਾਂਧੀ ਪਰਿਵਾਰ ਦੇ ਦਿੱਲੀ ਦਰਬਾਰ ਦੇ ਸੱਭਿਆਚਾਰ ਦਾ ਪ੍ਰਚਾਰ ਕਰਨ ਵਾਸਤੇ ਹੈ। ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਵੀ ਚੰਨੀ ਨੂੰ ਘੇਰਿਆ ਹੈ, ਕਿਹਾ ਕਿ ਸਹੁੰ ਚੁੱਕਣ ਤੋਂ ਦੂਜੇ ਦਿਨ ਹੀ ਨਵੇਂ ਬਣੇ ਮੁੱਖ ਮੰਤਰੀ ਨੇ ਸਰਕਾਰੀ ਖਜ਼ਾਨੇ ਦੀ ਲੁੱਟ ਸ਼ੁਰੂ ਕਰ ਦਿੱਤੀ ਹੈ। ਕੈਪਟਨ ਬਾਦਲਾਂ ਵਾਂਗ ਲੈਣ ਲੱਗਿਆ ਨਿੱਜੀ ਜਹਾਜ਼ ਦੇ ਝੂਟੇ। ਇਸੇ ਦਰਮਿਆਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲਈ ਦਲਿਤ ਸ਼ਬਦ ਦੀ ਵਰਤੋਂ ਕੀਤੇ ਜਾਣ ਦਾ ਸਖਤ ਨੋਟਿਸ ਲੈਂਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਕਈ ਹਵਾਲੇ ਵੀ ਦਿੱਤੇ ਨੇ। ਉਹਨਾਂ ਨੇ ਬੰਬੇ ਹਾਈ ਕੋਰਟ ਦੀ ਇੱਕ ਉਦਾਹਰਣ ਦਿੱਤੀ ਹੈ ਕਿ ਇੱਥੇ ਵੱਖ-ਵੱਖ ਮੀਡੀਆ ਅਦਾਰਿਆਂ ਦੇ ਵੱਲੋਂ ਜਿਹੜੀ ਉਲੰਘਣਾ ਕੀਤੀ ਜਾ ਰਹੀ ਸੀ ਤਾਂ ਉਸ ਤੇ ਕਾਰਵਾਈ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਾਈਵੇਟ ਸੈਟੇਲਾਈਟ ਟੀਵੀ ਚੈਨਲਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਬੰਬੇ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਦਲਿਤ ਸ਼ਬਦ ਦੀ ਵਰਤੋਂ ਨਾ ਕਰਨ ਦੇ ਲਈ ਕਿਹਾ ਹੈ। ਸੋ ਪੰਜਾਬ ਦੇ ਵਿੱਚ ਜੋ ਵੀ ਮੀਡੀਆ ਅਦਾਰੇ ਹੈਗੇ ਨੇ ਉਹ ਦਲਿਤ ਸ਼ਬਦ ਦੀ ਵਰਤੋਂ ਨਹੀਂ ਕਰ ਸਕਦੇ। ਇਸ ਤੇ ਰੋਕ ਹੈ ਜਿਹੜੀ ਉਹ ਅਨੁਸੂਚਿਤ ਜਾਤੀ ਕਮਿਸ਼ਨ ਦੇ ਵੱਲੋਂ ਲਾਈ ਗਈ ਹੈ ਤੇ ਅਸੀਂ ਵੀ ਇਸ ਤੇ ਖਾਸ ਰਿਪੋਰਟ ਹੈ ਜਿਹੜੀ ਉਹ ਇੱਕ ਦਿਨ ਪਹਿਲਾਂ ਪ੍ਰਕਾਸ਼ਿਤ ਕੀਤੀ ਸੀ ਦਾ ਖਾਲਸ ਟੀਵੀ ਤੇ, ਕਿਉਂਕਿ ਜਾਤ ਦਾ ਹੰਕਾਰ ਕਰਨ ਵਾਲੇ ਜਿਹੜੇ ਕੁਝ ਲੋਕ ਹੈਗੇ ਨੇ ਉਹ ਬਹੁਤ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਉਹ ਮੁੱਖ ਮੰਤਰੀ ਦੀ ਜਾਤ ਨੂੰ ਲੈ ਕੇ ਕਰ ਰਹੇ ਨੇ, ਜਦ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੈ। ਪੰਜਾਬ ਹੀ ਇੱਕੋ ਇੱਕ ਅਜਿਹਾ ਸੂਬਾ ਹੈ ਜਿੱਥੇ ਹਰ ਵਰਗ ਦੇ ਲੋਕਾਂ ਨੂੰ ਉੱਚੇ ਅਹੁਦਿਆਂ ਦੇ ਨਾਲ ਨਵਾਜਿਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਕੈਬਨਿਟ ਬੈਠਕ ਦੇ ਵਿੱਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਲਈ ਇੱਕ ਅਹਿਮ ਐਲਾਨ ਕਰ ਦਿੱਤਾ ਹੈ। ਚਿੱਠੀਆਂ ਵੀ ਕੱਢ ਦਿੱਤੀਆਂ ਨੇ ਅਤੇ ਸਵੇਰੇ 9 ਵਜੇ ਸਾਰਿਆਂ ਨੂੰ ਦਫ਼ਤਰਾਂ ਦੇ ਵਿੱਚ ਪਹੁੰਚਣ ਦੇ ਲਈ ਕਿਹਾ ਹੈ। ਚਰਨਜੀਤ ਸਿੰਘ ਚੰਨੀ ਨੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਵੇਰੇ 9 ਵਜੇ ਆਪਣੇ ਦਫ਼ਤਰਾਂ ਵਿੱਚ ਪਹੁੰਚਣ ਦੀ ਜਿਹੜੀ ਸਖਤ ਹਦਾਇਤ ਹੈ ਉਹ ਜਾਰੀ ਕਰ ਦਿੱਤੀ ਹੈ। ਕਈ ਅਧਿਕਾਰੀਆਂ ਨੂੰ ਵਧੀਆ ਲੱਗੂਗੀ ਜਿਹੜੇ ਇਮਾਨਦਾਰ ਨੇ, ਕੰਮ ਕਰਨਾ ਚਾਹੁੰਦੇ ਨੇ ਲੋਕਾਂ ਦੇ ਲਈ, ਤੇ ਕਈ ਨੱਕ ਬੁੱਲ ਵੀ ਟੇਰ ਰਹੇ ਹੋਣਗੇ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਕੰਮਕਾਜ ਦੇ ਵਿੱਚ ਪਾਰਦਰਸ਼ਤਾ ਲਿਆਉਣ ਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਹਦਾਇਤ ਕੀਤੀ ਹੈ ਕਿ ਸਰਕਾਰੀ ਅਧਿਕਾਰੀ ਹੁਣ ਕੈਂਪ ਦਫ਼ਤਰਾਂ ਤੋਂ ਕੰਮ ਕਰਨ ਦੀ ਥਾਂ ਆਪਣੇ ਸਰਕਾਰੀ ਦਫ਼ਤਰਾਂ ਦੇ ਵਿੱਚ ਹਾਜ਼ਰ ਰਹਿਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਪ੍ਰਸ਼ਾਸਕੀ ਫੇਰਬਦਲ ਹੋਣ ਦੀ ਵੀ ਸੰਭਾਵਨਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਵਿਅੰਗਾਤਮਕ ਤਰੀਕੇ ਨਾਲ ਟਵੀਟ ਵੀ ਕੀਤਾ ਕਿ ਹੁਣ ਘਰੋਂ ਨਹੀਂ ਦਫ਼ਤਰਾਂ ਤੋਂ ਹੋਣਗੇ ਸਾਰੇ ਕੰਮ। ਸੋ ਆਪੋ ਆਪਣੇ ਇਲਾਕੇ ਦੇ ਵਿੱਚ, ਆਪੋ ਆਪਣੇ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਵੀ ਇਹ ਚੈੱਕ ਕਰ ਸਕਦੇ ਹੋ, ਰਿਐਲਿਟੀ ਚੈੱਕ ਕਰ ਸਕਦੇ ਹੋ ਕਿ ਕੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਹਿਣ ਦੇ ਉੱਤੇ ਹੁਣ ਸਾਰੇ ਅਧਿਕਾਰੀ ਤੇ ਜਿਹੜੇ ਮੁਲਾਜ਼ਮ ਹੈਗੇ ਨੇ ਉਹ 9 ਵਜੇ ਦਫ਼ਤਰਾਂ ਦੇ ਵਿੱਚ ਪਹੁੰਚ ਜਾਂਦੇ ਨੇ, ਜਾਂ ਫਿਰ ਉਹਨਾਂ ਦੇ ਦਫ਼ਤਰਾਂ ਨੂੰ ਦਰਵਾਜ਼ੇ ਕੁੰਡੇ ਲੱਗੇ ਹੁੰਦੇ ਨੇ, ਜਿੰਦੇ ਲੱਗੇ ਹੁੰਦੇ ਨੇ ਤੇ ਕੁਰਸੀਆਂ ਖਾਲੀ ਪਈਆਂ ਹੁੰਦੀਆਂ ਨੇ। ਇਹ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ। ਇਤਿਹਾਸਿਕ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਦੀ ਗੱਡੀ ਲੰਘੀ ਰਾਤ ਹਾਦਸਾਗ੍ਰਸਤ ਹੋ ਗਈ। ਖੜੇ ਟਿੱਪਰ ਦੇ ਵਿੱਚ ਕਹਿੰਦੇ ਜਾ ਟਕਰਾਈ। ਡਰਾਈਵਰ ਹੀ ਉਹਨਾਂ ਦੇ ਨਾਲ ਮੌਜੂਦ ਸੀ ਤੇ ਗੱਡੀ ਦੇ ਵਿੱਚ ਭਾਈ ਸਾਹਿਬ ਉਸ ਵਕਤ ਸੀਟ ਪਿੱਛੇ ਨੂੰ ਕਰਕੇ ਆਰਾਮ ਕਰ ਰਹੇ ਸੀ, ਤਾਂ ਕਹਿੰਦੇ ਸ਼ਾਇਦ ਬਚਾਅ ਜਿਹੜਾ ਉਹ ਹੋ ਗਿਆ। ਇਸ ਵਕਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਸੁਹਾਣਾ ਦੇ ਵਿੱਚ ਉਹ ਜ਼ੇਰੇ ਇਲਾਜ ਨੇ। ਉਹਨਾਂ ਦੀ ਜਿਹੜੀ ਹਾਲਤ ਹੈ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਤਰਨ ਤਾਰਨ ਤੋਂ ਫਤਿਹਗੜ੍ਹ ਸਾਹਿਬ ਜਾ ਰਹੇ ਸੀ, ਕਿਸੇ ਪ੍ਰੋਗਰਾਮ ਤੋਂ ਵਾਪਸ ਜਾ ਰਹੇ ਸੀ। ਮੰਜੀ ਸਾਹਿਬ ਕੋਟਾਂ ਦੇ ਨੇੜੇ ਇਹ ਹਾਦਸਾ ਵਾਪਰਿਆ। ਸਿੱਖ ਸੰਗਤ ਭਾਈ ਹਰਪਾਲ ਸਿੰਘ ਦੀ ਸਿਹਤਯਾਬੀ ਦੇ ਲਈ ਲਗਾਤਾਰ ਅਰਦਾਸਾਂ ਕਰ ਰਹੀ ਹੈ ਤੇ ਉਹਨਾਂ ਨੇ ਵੀ ਸੁਨੇਹਾ ਦਿੱਤਾ ਹੈ ਕਿ ਉਹ ਠੀਕ ਨੇ, ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਇਸ ਕਰਕੇ ਸੰਗਤ ਘਬਰਾਵੇ ਨਾ, ਕਿਉਂਕਿ ਬਹੁਤ ਸਾਰੇ ਜਿਹੜੇ ਫੋਨ ਨੇ ਉਹ ਸੰਗਤ ਦੇ ਉਹਨਾਂ ਨੂੰ ਜਾ ਰਹੇ ਨੇ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ 1-2 ਦਿਨ ਤੱਕ ਛੁੱਟੀ ਮਿਲ ਜਾਏਗੀ। ਮੀਂਹ ਦੀ ਜਾਣਕਾਰੀ ਦੇ ਦਿੰਨੇ ਆ। ਪੰਜਾਬ ਸਣੇ ਦਿੱਲੀ ਅਤੇ ਕਲਕੱਤੇ ਦੇ ਵਿੱਚ ਭਾਰੀ ਮੀਂਹ ਹੈ ਜਿਹੜਾ ਉਹ ਪਿਆ ਹੈਗਾ। ਪੰਜਾਬ ਦੇ ਵਿੱਚ ਇੱਕ ਦਿਨ ਪਹਿਲਾਂ ਵੀ ਮੀਂਹ ਕਈ ਸ਼ਹਿਰਾਂ ਦੇ ਵਿੱਚ, ਕਈ ਇਲਾਕਿਆਂ ਦੇ ਵਿੱਚ ਦਰਜ ਕੀਤਾ ਗਿਆ ਅਤੇ ਮੰਗਲਵਾਰ ਸਵੇਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਇੱਕਦਮ ਤੇਜ਼ ਹਵਾਵਾਂ ਤੇ ਕਾਲੀਆਂ ਘਟਾਵਾਂ ਤੋਂ ਬਾਅਦ ਭਾਰੀ ਮੀਂਹ ਪਿਆ ਤੇ ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਮੀਂਹ ਦੀਆਂ ਖਬਰਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਤੇ ਕਲਕੱਤੇ ਦੇ ਵਿੱਚ ਐਤਵਾਰ ਤੋਂ ਲੈ ਕੇ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਤੇ ਉੱਥੇ ਆਮ ਜਨਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ। ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤੇ ਵਿੱਚ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਕਾਰਨ ਪਾਣੀ ਹੈ ਜਿਹੜਾ ਕਾਫੀ ਭਰ ਗਿਆ। ਬੰਗਾਲ ਦੀ ਖਾੜੀ ਦੇ ਸਮੁੰਦਰ ਤੋਂ
ਤੋਂ ਉੱਠ ਰਹੀਆਂ ਚੱਕਰਵਾਤੀ ਹਵਾਵਾਂ ਦੇ ਕਾਰਨ ਸ਼ਹਿਰ ਦੇ ਵਿੱਚ 100 ਮਿਲੀਮੀਟਰ ਬਾਰਿਸ਼ ਹੈ ਜਿਹੜੀ ਉਹ ਹੋਈ ਹੈ। मौसम विभाग ਦੇ ਦੱਸਣ ਦੇ ਮੁਤਾਬਿਕ ਤੇ ਆਉਂਦੇ 1-2 ਦਿਨਾਂ ਤੱਕ ਵੀ ਅਜਿਹਾ ਮੌਸਮ ਰਹਿਣ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਉਹ ਹੁਣ ਥੋੜਾ ਬਦਲ ਰਿਹਾ ਹੈ ਕਿਉਂਕਿ ਸਤੰਬਰ ਦਾ ਮਹੀਨਾ ਵੀ ਹੁਣ ਖਤਮ ਹੋ ਚੁੱਲਿਆ ਹੈ। ਅਕਤੂਬਰ ਦੇ ਵਿੱਚ ਤਾਂ ਮੌਸਮ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਂਦਾ ਹੁੰਦਾ ਹੈ, ਗਰਮੀ ਜਾਣੀ ਸ਼ੁਰੂ ਹੋ ਜਾਂਦੀ ਹੈ ਤੇ ਠੰਡ ਹੈ ਜਿਹੜੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਬਰਤਾਨੀਆ ਨੇ ਭਾਰਤੀਆਂ ਦੇ ਲਈ ਇੱਕ ਸਖਤ ਸ਼ਰਤ ਹਾਲੇ ਵੀ ਰੱਖੀ ਹੋਈ ਹੈ। ਕੋਵਿਡ ਟੀਕੇ ਲਗਵਾਉਣ ਦੇ ਬਾਵਜੂਦ ਵੀ ਭਾਰਤੀਆਂ ਦੇ ਲਈ ਇਕਾਂਤਵਾਸ ਦੀ ਸ਼ਰਤ ਹੈ ਜਿਹੜੀ ਉਹ ਰੱਖੀ ਹੋਈ ਹੈ। ਇਸ ਤੋਂ ਵਿਦੇਸ਼ ਮੰਤਰੀ ਡਾਕਟਰ एस जयशंकर हैरान ने। उन्होंने बरतानिया की नव नियुक्त विदेश मंत्री एलिजाबेथ नाल मुलाकात दौरान कोविड-19 नाल संबंधित एकांतवास के मसले नूं चुक्या ते इसनूं छेती हल करन दी मांग कीती। अफगानिस्तान के हालात ਅਤੇ हिंद प्रशांत खेतर के हाल ही के घटनाक्रम बारे चर्चा की ते एकांतवास वाला जिहड़ा मुद्दा चुक्या है उस ते बरतानिया ने कहा है कि भारत तो आने वाले यात्री चाहे उन्होंने कोविड के टीके लगवाए होण चाहे ना उन्होंने 10 दिनों के एकांतवास दे विच रहना ही पवेगा। ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਨਵੇਂ ਮੁੱਖ ਮੰਤਰੀ ਬਣਨ ਤੋਂ ਬਾਅਦ ਅਧਿਕਾਰੀਆਂ ਦੇ ਤਬਾਦਲੇ ਹੋ ਰਹੇ ਨੇ। ਪੰਜਾਬ ਸਰਕਾਰ ਨੇ 9 IAS ਅਤੇ 2 PCS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਕਰ ਦਿੱਤੀਆਂ ਨੇ। ਸੋਮਵਾਰ ਨੂੰ ਮੁੱਖ ਮੰਤਰੀ ਦਫ਼ਤਰ ਲਈ ਪ੍ਰਿੰਸੀਪਲ ਸਕੱਤਰ ਅਤੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਉਣ ਤੋਂ ਬਾਅਦ ਇਹ ਜਿਹੜੇ 9 ਤੇ 2 11 ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ। IAS ਅਧਿਕਾਰੀਆਂ ਤੇਜਵੀਰ ਸਿੰਘ ਅਤੇ ਗੁਰਕਿਰਤ ਕਿਰਪਾਲ ਸਿੰਘ ਨੂੰ ਨਵੀਆਂ ਥਾਵਾਂ ਤੇ ਨਿਯੁਕਤ ਕੀਤਾ ਗਿਆ ਹੈ। ਮੋਹਾਲੀ ਦੇ DC ਨੂੰ ਵੀ ਬਦਲ ਦਿੱਤਾ ਗਿਆ ਹੈ। ਉਹਨਾਂ ਦੀ ਥਾਂ ਤੇ 2009 ਬੈਚ ਦੀ IAS ਅਧਿਕਾਰੀ ਈਸ਼ਾ ਕਾਲੀਆ ਜੋ ਇਸ ਵਕਤ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਤੇ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਜੋਂ ਤਾਇਨਾਤ ਨੇ, ਉਹਨਾਂ ਨੂੰ ਹੁਣ ਮੋਹਾਲੀ ਦੀ DC ਲਾ ਦਿੱਤਾ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਦੇ ਚੀਫ ਸੈਕਟਰੀ ਅਤੇ DGP ਨੂੰ ਵੀ ਬਦਲਣ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ DGP ਦੀ ਨਿਯੁਕਤੀ ਦਾ ਜਿਹੜਾ ਪੇਚ ਉਹ ਫਸਿਆ ਹੋਇਆ। ਰਾਹੁਲ ਗਾਂਧੀ ਹੀ ਕਹਿੰਦੇ ਇਸ ਤੇ ਕੋਈ ਆਖਰੀ ਫੈਸਲਾ ਕਰਨਗੇ। ਨਵੇਂ DGP ਦੀ ਚੋਣ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਬਦਲਾਅ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਸੀਨੀਅਰ ਕਾਂਗਰਸੀ ਲੀਡਰਾਂ ਵਿਚਾਲੇ ਸੋਮਵਾਰ ਰਾਤ ਨੂੰ ਲੰਬੀ ਬੈਠਕ ਹੋਈ। ਕਈ ਅਧਿਕਾਰੀਆਂ ਨੂੰ ਸ਼ਾਰਟ ਲਿਸਟ ਕੀਤਾ ਪਰ ਅੰਤਿਮ ਜਿਹੜਾ ਫੈਸਲਾ ਹੈ ਉਹ ਰਾਹੁਲ ਗਾਂਧੀ ਹੀ ਕਰਨਗੇ। ਹਾਲਾਂਕਿ ਨਵੇਂ ਮੁੱਖ ਮੰਤਰੀ ਪੁਲਿਸ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ DGP ਲਾਉਣ ਦੇ ਹੱਕ ਵਿੱਚ ਨੇ। ਸਹੋਤਾ ਨੇ ਜਿਹੜੀ ਉਹ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਨੇ ਤੇ ਇਸ ਤੋਂ ਇੱਕ ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਅਨੁਸੂਚਿਤ ਜਾਤੀ ਦੇ IAS ਅਧਿਕਾਰੀ ਹੁਸਨ ਲਾਲ ਨੂੰ ਆਪਣਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਹੈ। ਤੇ ਸੂਤਰੇ ਦੱਸਦੇ ਨੇ ਕਿ ਹਾਈ ਕਮਾਂਡ ਹੈ ਜਿਹੜੀ ਕਾਂਗਰਸ ਹਾਈ ਕਮਾਂਡ ਉਹ ਜਾਤੀ ਸਮੀਕਰਨ ਦੇ ਵਿੱਚ ਸੰਤੁਲਨ ਚਾਹੁੰਦੀ ਹੈ। ਇਹ ਨਹੀਂ ਕਿ ਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾ ਦਿੱਤਾ ਗਿਆ ਹੈ ਤਾਂ ਸਾਰੇ ਜਿਹੜੇ ਅਧਿਕਾਰੀ ਜਾਂ ਫਿਰ ਮੰਤਰੀ ਉਸ ਭਾਈਚਾਰੇ ਦੇ ਹੀ ਲਾਏ ਜਾਣਗੇ। ਤੇ ਹੁਣ ਤਾਜ਼ਾ ਫੇਰਬਦਲ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਕੱਤਰ ਰਹੇ ਤੇਜਵੀਰ ਸਿੰਘ ਅਤੇ ਗੁਰਕਿਰਤ ਕਿਰਪਾਲ ਸਿੰਘ ਨੂੰ ਬਦਲ ਕੇ ਲੜੀਵਾਰ ਪ੍ਰਿੰਸੀਪਲ ਸੈਕਟਰੀ ਸਾਇੰਸ ਟੈਕਨੋਲੋਜੀ ਤੇ ਸੈਕਟਰੀ ਫੂਡ ਸਪਲਾਈ ਲਾ ਦਿੱਤਾ ਗਿਆ ਹੈ। ਜਿਹੜੇ ਹੋਰਨਾਂ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਕਮਲ ਕਿਸ਼ੋਰ ਯਾਦਵ, ਮੁਹੰਮਦ ਤੈयब, ਸੁਮੀਤ ਜਰੰਗਲ, ਈਸ਼ਾ ਕਾਲੀਆ, ਹਰਪ੍ਰੀਤ ਸਿੰਘ ਸੂਦਨ, SA ਪਾਰੇ ਦਾ ਨਾਮ ਸ਼ਾਮਿਲ ਹੈ। ਮਨਕਮਲ ਸਿੰਘ ਚਾਹਲ ਅਤੇ ਅਨਿਲ ਗੁਪਤਾ ਨੂੰ ਵੀ ਬਦਲ ਦਿੱਤਾ ਗਿਆ ਹੈ। ਮਨਕਮਲ ਸਿੰਘ ਚਾਹਲ ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਲਾ ਦਿੱਤੇ ਗਏ ਨੇ। ਐਤਵਾਰ ਨੂੰ ਜਦੋਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਹੋਣਾ ਸੀ ਤਾਂ ਅੰਬਿਕਾ ਸੋਨੀ ਨੂੰ ਵੀ ਕਹਿੰਦੇ ਪੇਸ਼ਕਸ਼ ਕੀਤੀ ਗਈ ਸੀ ਪਰ ਅੰਬਿਕਾ ਸੋਨੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਕੋਈ ਸਿੱਖ ਚਿਹਰਾ ਹੀ ਬਿਰਾਜਮਾਨ ਹੋਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਏ ਸੀ ਕਿ ਜਦੋਂ ਅਸੀਂ ਦਿੱਲੀ ਦੇ ਵਿੱਚ ਰੋਸ ਮਾਰਚ ਕੱਢਿਆ ਸੀ 17 ਸਤੰਬਰ ਨੂੰ ਤਾਂ 16 ਸਤੰਬਰ ਦੀ ਰਾਤ ਨੂੰ ਜਿਹੜੇ ਸਾਡੇ ਵਰਕਰ ਪੰਜਾਬ ਤੋਂ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਰੋਕ ਕੇ ਜ਼ਲੀਲ ਕੀਤਾ ਗਿਆ ਅਤੇ ਬਹੁਤ ਹੀ ਬੁਰਾ ਵਰਤਾਓ ਉਹਨਾਂ ਦੇ ਨਾਲ ਕੀਤਾ ਗਿਆ। ਇਸ ਲਈ ਕਿਸਾਨ ਜਵਾਬ ਦੇਣ ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਹੀ ਜਵਾਬ ਦਿੱਤਾ ਹੈ। ਰਾਜੇਵਾਲ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਅਕਾਲੀ ਦਲ ਨੇ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦਕਿ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਅਧਿਕਾਰੀ ਮੇਰੇ ਨਾਲ ਸੰਪਰਕ ਵਿੱਚ ਰਹੇ ਨੇ। ਉਹਨਾਂ ਦਾਅਵਾ ਕੀਤਾ ਕਿ ਸਾਡੇ ਕੋਲ ਇੱਕ ਵੀਡੀਓ ਵੀ ਹੈ ਜਦੋਂ ਅਕਾਲੀ ਦਲ ਦੇ ਲੀਡਰ ਵਾਹਨਾਂ ਦੇ ਵਿੱਚ ਸ਼ਰਾਬ ਰੱਖ ਕੇ ਲਿਜਾ ਰਹੇ ਸੀ ਪਰ ਅਸੀਂ ਇਸ ਨੂੰ ਜਨਤਕ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਜੇ ਅਕਾਲੀ ਦਲ ਸਾਡਾ ਹਮਾਇਤੀ ਹੁੰਦਾ ਤਾਂ ਉਹ ਪ੍ਰੈਸ ਕਾਨਫਰੰਸ ਨਾ ਕਰਦਾ, ਸਾਡੇ ਨਾਲ ਸਿੱਧੀ ਗੱਲਬਾਤ ਕਰਦਾ। ਸਾਨੂੰ ਅਕਾਲੀ ਦਲ ਦੇ ਇਸ ਵਤੀਰੇ ਤੇ ਅਫਸੋਸ ਹੈ ਕਿਉਂਕਿ ਇਸਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਜੇਵਾਲ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਨੇ ਕਿਸਾਨਾਂ ਦਾ ਕੋਈ ਝੰਡਾ ਨਹੀਂ ਚੁੱਕਿਆ ਸੀ। ਅਕਾਲੀ ਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਬੇਅਦਬੀ ਦਾ ਕੋਈ ਜਵਾਬ ਨਹੀਂ ਮਿਲਿਆ, ਨਾ ਹੀ ਰਾਮ ਰਹੀਮ ਨਾਲ ਸੰਬੰਧਾਂ ਦਾ ਜਵਾਬ ਮਿਲਿਆ। ਸੋ ਇਹ ਜਿਹੜੇ ਵੱਡੇ ਹਮਲੇ ਨੇ ਉਹ ਹੁਣ ਰਾਜੇਵਾਲ ਨੇ ਅਕਾਲੀ ਦਲ ਤੇ ਕੀਤੇ ਨੇ। ਸਾਨੂੰ ਇਹ ਉਮੀਦ ਨਹੀਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦਾ ਅਟੈਕ ਸਾਡੇ ਤੇ ਕਰੇਗਾ। ਜੇ ਸਾਡੇ ਹਮਾਇਤੀ ਹੁੰਦੇ ਸ਼੍ਰੋਮਣੀ ਅਕਾਲੀ ਦਲ ਵਾਲੇ, ਉਹਨਾਂ ਦੇ ਮਨ ਵਿੱਚ ਸਤਿਕਾਰ ਹੁੰਦਾ ਕਿਸਾਨਾਂ ਦੇ ਮੋਰਚੇ ਦਾ, ਤਾਂ ਉਹ ਇਹ ਕੰਮ ਕੱਲ੍ਹ ਵਾਲਾ ਕਰ ਨਹੀਂ ਸੀ ਸਕਦੇ। ਸਾਡੇ ਨਾਲ ਬੈਠ ਕੇ ਗੱਲ ਕਰ ਸਕਦੇ ਸੀ, ਅਸੀਂ ਜਵਾਬਦੇਹ ਸੀ। ਫਿਰ ਵੀ
ਜੇ ਕਿਸੇ ਨੂੰ ਕਸ਼ਟ ਹੋਇਆ ਮੈਂ ਮਾਫੀ ਵੀ ਮੰਗਦਾ। ਮੋਗਾ ਰੈਲੀ ਤੋਂ ਬਾਅਦ ਇੰਨੀਆਂ ਗੰਦੀਆਂ ਗਾਲਾਂ ਮੈਨੂੰ ਕੱਢਦਾ ਇਹਨਾਂ ਦਾ ਜਿਹੜਾ ਮੀਡੀਆ IT ਸੈੱਲ ਹੈ ਔਰ SOI ਵਾਲੇ, ਤੇ ਮੈਂ ਤਾਂ ਇਹਨਾਂ ਨੂੰ ਕਦੇ ਉਲੰਭਾ ਨਹੀਂ ਦਿੱਤਾ। ਅਸੀਂ ਤਾਂ ਇਮਿਊਨ ਹੋ ਗਏ ਇਹਨਾਂ ਗੱਲਾਂ ਤੋਂ ਵੀ ਮੋਰਚਾ ਚਲਾਉਣਾ, ਬਾਕੀ ਗੱਲਾਂ ਇੱਕ ਗੱਲ ਸੁਣੋ, ਦੂਏ ਗੱਲ ਕੱਢ ਲਓ, ਆਪਣੀ એનર્ਜੀ ਵੇਸਟ ਨਾ ਕਰੋ। ਮੈਂ ਉਹਨਾਂ ਨੂੰ ਅਪੀਲ ਕਰਾਂਗਾ ਵੀ ਸੱਚੀ ਮੁੱਚੀ ਜੇ ਤੁਹਾਨੂੰ ਕਿਸਾਨੀ ਦਾ ਦਰਦ ਹੈ ਜਿਹੜਾ ਹੁਣ ਅੱਜ ਦੀ ਡੇਟ ਵਿੱਚ ਲੱਗਦਾ ਨਹੀਂ, ਤਾਂ ਉਹ ਦਰਦ ਦਾ ਅਹਿਸਾਸ ਕਿਸਾਨਾਂ ਨੂੰ ਕਰਾਓ। ਤੁਹਾਨੂੰ ਆਪਣੇ ਆਪ ਪਿੰਡਾਂ 'ਚੋਂ ਘੇਰਨ ਤੇ ਹਟ ਜਾਣਗੇ ਲੋਕ। ਸਾਡਾ ਕੋਈ ਪ੍ਰੋਗਰਾਮ ਨਹੀਂ ਇਹਨਾਂ ਨੂੰ ਪਿੰਡਾਂ 'ਚ ਘੇਰਨ ਦਾ। ਲੋਕੀ ਉਹ ਇੰਨੇ ਭਰੇ ਪਏ ਨੇ ਇਹਨਾਂ ਦੇ ਵਿਰੁੱਧ, ਤੇ ਉਹ ਇਹਨਾਂ ਤੋਂ ਜਵਾਬ ਮੰਗਦੇ ਨੇ, ਇਹਨਾਂ ਨਾਲ ਝਗੜਾ ਹੋ ਜਾਂਦਾ, ਇਹ ਨਾਂ ਲਾਉਂਦੇ ਨੇ ਮੋਰਚੇ ਦੇ। ਇਹਦੇ ਤੇ ਸਾਨੂੰ ਸਖਤ ਇਤਰਾਜ਼ ਹੈ। ਤੇ ਬਲਵੀਰ ਸਿੰਘ ਰਾਜੇਵਾਲ ਨੇ ਇਹ ਬਿਆਨ ਤਾਂ ਦਿੱਤਾ ਹੈ, ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਆ ਕੇ ਤਾਂ ਕਰਨੀ ਪਈ ਹੈ ਕਿਉਂਕਿ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਇਲਜ਼ਾਮ ਲਾਏ ਸੀ ਕਿ ਦਿੱਲੀ ਜਾਂਦੇ ਸਾਡੇ ਵਰਕਰਾਂ ਨੂੰ ਜ਼ਲੀਲ ਕੀਤਾ ਗਿਆ ਸੀ। ਰਾਜੇਵਾਲ ਨੇ ਪ੍ਰੈਸ ਕਾਨਫਰੰਸ ਕੀਤੀ, ਉਸ ਤੋਂ ਬਾਅਦ ਅਕਾਲੀ ਦਲ ਨੇ ਫਿਰ ਤੋਂ ਪ੍ਰੈਸ ਕਾਨਫਰੰਸ ਕੀਤੀ। PC ਕਰਕੇ ਕਿਹਾ ਕਿ ਅਸੀਂ ਕਿਸੇ ਦਾ ਜਨਮ ਦਿਨ ਮਨਾਉਂਦੇ ਹਾਂ, ਵਰ੍ਹੇਗੰਢ ਮਨਾਉਂਦੇ ਹਾਂ, ਤੇ ਜੇ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦਾ 1 ਸਾਲ ਪੂਰਾ ਹੋਣ ਤੇ ਕਾਲਾ ਦਿਵਸ ਮਨਾ ਲਿਆ ਤਾਂ ਉਹਦੇ ਵਿੱਚ ਕੋਈ ਮਾੜਾ ਨਹੀਂ ਕੀਤਾ। ਸਾਡੇ ਇਸ ਕਦਮ ਦੇ ਨਾਲ ਕਿਸਾਨੀ ਅੰਦੋਲਨ ਨੂੰ ਹੁੰਗਾਰਾ ਹੀ ਮਿਲਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿਸਾਨ ਲੀਡਰ ਸਾਡੀ ਭਾਵਨਾ ਦੀ ਕਦਰ ਕਰਨਗੇ। ਅਸੀਂ ਤਾਂ 4 ਦਿਨ ਬਾਅਦ ਕਿਸਾਨਾਂ ਦੇ ਨਾਲ ਹੋਈ ਬਦਸਲੂਕੀ ਦੀ ਗੱਲ ਮੀਡੀਆ ਮੂਹਰੇ ਰੱਖੀ ਹੈ, ਕੋਈ ਵੀਡੀਓ ਵੀ ਵਾਇਰਲ ਨਹੀਂ ਕੀਤੀ, ਤੇ ਕਿਸਾਨ ਲੀਡਰਾਂ ਨੂੰ ਸ਼ਰਾਰਤੀ ਅਨਸਰਾਂ ਦੇ ਖਿਲਾਫ ਨੋਟਿਸ ਲੈਣਾ ਚਾਹੀਦਾ ਹੈ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਤਾਂ ਇੰਜ ਲੱਗਣ ਲੱਗਿਆ ਕਿ ਇਹ ਅੰਦੋਲਨ ਖੇਤੀ ਕਾਨੂੰਨਾਂ ਦੇ ਖਿਲਾਫ ਨਾ ਹੋ ਕੇ ਸਿਆਸੀ ਪਾਰਟੀਆਂ ਦੇ ਖਿਲਾਫ ਹੈ। ਚੀਮਾ ਨੇ ਰਾਜੇਵਾਲ ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਰਾਜੇਵਾਲ ਵੱਲੋਂ ਵਾਰ-ਵਾਰ ਵਿਆਖਿਆ ਦਿੱਤੀ ਜਾਂਦੀ ਹੈ ਕਿ ਲੋਕ ਕਿਸਾਨਾਂ ਨੂੰ ਘੇਰ ਰਹੇ ਨੇ। ਇਹ ਵਿਆਖਿਆ ਅਕਾਲੀ ਦਲ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੇਖੋ, ਮੁੱਖ ਤੌਰ ਤੇ ਜਿਹੜਾ ਚੰਦੂ ਮਾਜਰਾ ਸਾਹਿਬ ਨੇ, ਗਰੇਵਾਲ ਸਾਹਿਬ ਨੇ ਸਾਰੀ ਗੱਲ ਕਰ ਦਿੱਤੀ। ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਇਹ ਜਿਹੜਾ ਅੰਦੋਲਨ ਹੈ ਬੜੇ ਵੱਡੇ ਜਿਹੜੇ ਕਿਸਾਨੀ ਦੇ ਮਕਸਦ ਵਾਸਤੇ, ਉਹਨੂੰ ਹੱਕ ਦਿਵਾਉਣ ਵਾਸਤੇ ਸ਼ੁਰੂ ਕੀਤਾ ਗਿਆ ਸੀ, ਪਰ ਜਿਸ ਤਰ੍ਹਾਂ ਦੀਆਂ ਕੁਝ ਮੰਦਭਾਗੀਆਂ ਘਟਨਾਵਾਂ ਹੋਈਆਂ, ਉਹਨਾਂ ਘਟਨਾਵਾਂ ਦੀ ਜਿਸ ਤਰੀਕੇ ਮਿਸ ਹੈਂਡਲਿੰਗ ਹੋਈ, ਉਹਦੇ ਤੋਂ ਹੌਲੀ-ਹੌਲੀ ਲੱਗਣ ਲੱਗ ਗਿਆ ਕਿ ਇਹ ਅੰਦੋਲਨ ਕਿਸਾਨੀ ਦੇ ਹੱਕਾਂ ਵਾਸਤੇ ਕੇਂਦਰ ਸਰਕਾਰ ਦੇ ਖਿਲਾਫ ਨਾ ਹੋ ਕੇ ਕੁਝ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਅੰਦੋਲਨ ਬਣਦਾ ਜਾ ਰਿਹਾ। ਇੱਕ ਤਾਂ ਜਿਹੜੀ ਰਾਜੇਵਾਲ ਸਾਹਿਬ ਵੱਲੋਂ ਉਹਨਾਂ ਵੱਲੋਂ ਵਾਰ-ਵਾਰ ਵਿਆਖਿਆ ਦਿੱਤੀ ਜਾਂਦੀ ਹੈ ਕਿ ਲੋਕ ਕਿਸਾਨਾਂ ਨੂੰ ਘੇਰ ਰਹੇ ਆ, ਇਹ ਜਿਹੜੀ ਪਰਸੈਪਸ਼ਨ ਅਕਾਲੀ ਦਲ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਮੈਂ ਸਮਝਦਾ ਕਿ ਇਹ ਠੀਕ ਨਹੀਂ ਹੈ। ਉਹਨਾਂ ਨੂੰ ਇਸ ਤਰੀਕੇ ਅਕਾਲੀ ਦਲ ਦੀ ਵਿਆਖਿਆ ਕਰਕੇ ਇੱਕ ਪੋਲੀਟੀਕਲ ਮੈਸੇਜ ਜਿਹੜਾ ਅਕਾਲੀ ਦਲ ਦੇ ਖਿਲਾਫ ਜਿਸ ਤਰ੍ਹਾਂ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ। ਤੇ 16 ਸਤੰਬਰ ਦੀ ਰਾਤ ਨੂੰ ਅਕਾਲੀ ਵਰਕਰਾਂ ਨੂੰ ਘੇਰੇ ਜਾਣ ਦੀ ਤਕਲੀਫ SGPC ਪ੍ਰਧਾਨ ਬੀਬੀ ਜਗੀਰ ਕੌਰ ਨੂੰ ਵੀ ਵਾਹਵਾ ਹੋਈ ਹੈ। ਬੀਬੀ ਜਗੀਰ ਕੌਰ ਨੇ ਕਿਸਾਨ ਲੀਡਰਾਂ ਨੂੰ ਅਕਾਲੀ ਲੀਡਰਾਂ ਦੇ ਨਾਲ, ਅਕਾਲੀ ਵਰਕਰਾਂ ਦੇ ਨਾਲ ਹੋਈ ਬਦਸਲੂਕੀ ਦੀ ਨਿੰਦਿਆ ਕਰਦਿਆਂ ਅਪੀਲ ਕੀਤੀ ਹੈ ਕਿ ਕਿਸਾਨ ਲੀਡਰ ਇਸ ਗੱਲ ਵੱਲ ਧਿਆਨ ਦੇਣ ਕਿ ਕਿਸਾਨ ਅੰਦੋਲਨ ਵਿੱਚ ਕਿਤੇ ਕੋਈ ਇਸ ਤਰ੍ਹਾਂ ਦੀਆਂ ਏਜੰਸੀਆਂ, ਇਸ ਤਰ੍ਹਾਂ ਦੇ ਲੋਕ ਤਾਂ ਨਹੀਂ ਵੜ ਗਏ ਜੋ ਕਿਸਾਨ ਮੋਰਚੇ ਨੂੰ ਫੇਲ ਕਰਨਾ ਚਾਹੁੰਦੇ ਹੋਣ, ਇਸ ਨੂੰ ਅਸਫਲ ਕਰਨਾ ਚਾਹੁੰਦੇ ਹੋਣ। ਪੰਜਾਬ ਦੇ ਹੀ ਦੋ ਜਿਹੜੀਆਂ ਧਿਰਾਂ ਹੈਗੀਆਂ ਨੇ ਉਹਨਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਹੋਣ। ਬੀਬੀ ਜਗੀਰ ਕੌਰ ਨੇ ਉਹ ਸਾਰਾ ਜਿਹੜਾ ਵਾਕਿਆ ਦੱਸਿਆ ਹੈ ਕਿ ਜਦੋਂ ਅਕਾਲੀ ਵਰਕਰ ਦਿੱਲੀ ਨੂੰ ਜਾ ਰਹੇ ਸੀ ਤਾਂ ਕਿਵੇਂ ਉਹਨਾਂ ਦੀ ਜਿਹੜੀ ਬੇਇੱਜ਼ਤੀ ਕੀਤੀ ਗਈ, ਉਹਨਾਂ ਨੂੰ ਘੇਰਿਆ ਗਿਆ। ਹੁਣ ਗੱਲ ਕਰਦੇ ਹਾਂ ਉਸ ਸਿੱਖ ਲੀਡਰ ਦੀ ਜਿਨ੍ਹਾਂ ਨੇ ਆਪਣੇ ਪੋਤੇ ਨੂੰ ਕਿਸਾਨੀ ਸੰਘਰਸ਼ ਦੇ ਵਿੱਚ ਗਵਾਇਆ ਹੈ 26 ਜਨਵਰੀ ਨੂੰ। ਨੌਜਵਾਨ ਨਵਰੀਤ ਸਿੰਘ ਡਿਬਡਵਾ ਦੇ ਦਾਦਾ ਭਾਈ ਹਰਦੀਪ ਸਿੰਘ ਡਿਬਡਵਾ, ਉਹਨਾਂ ਨੇ ਚੰਡੀਗੜ੍ਹ ਦੇ ਸੈਕਟਰ 28A ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ। ਡਿਬਡਵਾ ਨੇ ਕਿਸਾਨ ਲੀਡਰਾਂ ਤੇ ਵੱਡੇ ਇਲਜ਼ਾਮ ਲਾਏ। ਉਹਨਾਂ ਨੇ ਕਿਹਾ ਕਿ ਕਿਸਾਨ ਮੋਰਚੇ ਦੇ ਲੀਡਰਾਂ ਨੇ ਮੇਰਾ ਪਰਿਵਾਰਿਕ ਮੁੱਦਾ ਉਛਾਲ ਕੇ ਮੇਰੀ ਕਿਰਦਾਰਕੁਸ਼ੀ ਕੀਤੀ ਹੈ। ਜੇ ਅਸੀਂ ਕਿਸਾਨ ਲੀਡਰਾਂ ਤੋਂ ਕੋਈ ਸਵਾਲ ਪੁੱਛਦੇ ਹਾਂ ਤਾਂ ਸਾਨੂੰ ਮੋਰਚਾ ਤੋੜਨ ਵਾਲਿਆਂ ਦੀ ਲਾਈਨ 'ਚ ਖੜਾ ਦਿੱਤਾ ਜਾਂਦਾ ਹੈ, ਸਾਨੂੰ ਕਿਸਾਨ ਅੰਦੋਲਨ ਦਾ ਵਿਰੋਧੀ ਦੱਸਿਆ ਜਾਂਦਾ ਹੈ। ਡਿਬਡਵਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਮੇਰੇ ਪਰਿਵਾਰ ਤੋਂ, ਮੇਰੇ ਪੁੱਤਰ ਨੂੰ ਤੋਂ ਬੁਲਵਾਇਆ ਗਿਆ ਕਿਸਾਨ ਲੀਡਰਾਂ ਦੇ ਵੱਲੋਂ ਕਿ ਮੈਂ ਉਹਨਾਂ ਨੂੰ 5 ਰੁਪਏ ਤੱਕ ਨਹੀਂ ਦਿੱਤੇ। ਕਹਿੰਦੇ ਮੈਂ ਉਹਨਾਂ ਨੂੰ ਆਪਣੀ ਜ਼ਮੀਨ, ਆਪਣਾ ਘਰ ਸਭ ਕੁਝ ਦਿੱਤਾ ਹੈ, ਹੁਣ ਪਰਿਵਾਰ ਪਾਲਣਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਮੈਂ ਹੁਣ ਉਹਨਾਂ ਨੂੰ ਡਾਕੇ ਮਾਰ ਕੇ ਪੈਸੇ ਦੇ ਦਿਆਂ। ਕਹਿੰਦੇ ਮੈਂ ਕਿਸਾਨ ਲੀਡਰਾਂ ਨੂੰ ਸਵਾਲਾਂ ਦੇ ਜਵਾਬ ਲੈਣ ਤੋਂ ਬਾਅਦ ਹੀ ਜਾਣ ਦਿਆਂਗਾ, ਮੇਰੇ ਸਵਾਲ ਬਿਲਕੁਲ ਵਾਜਿਬ ਨੇ। ਕਿਸਾਨ ਮੋਰਚੇ ਦੇ ਨਾਲ ਮੈਂ ਜੀ ਜਾਨ ਦੇ ਨਾਲ ਜੁੜਿਆ ਹੋਇਆ। ਮੋਰਚੇ ਵਿੱਚ ਸਭ ਤੋਂ ਵੱਧ ਕੁਰਬਾਨੀ ਮੇਰੇ ਪਰਿਵਾਰ ਦੀ ਹੈ। ਮੈਂ ਉਸ ਮੋਰਚੇ ਨੂੰ ਕਿਸੇ ਵੀ ਕੀਮਤ ਤੇ ਨਾ ਤਾਂ ਵਿਕਣ ਦਿਆਂਗਾ, ਨਾ ਹੀ ਉਹਨਾਂ ਨੂੰ ਮੋਰਚਾ ਉਜਾੜਨ ਦਿਆਂਗਾ ਜੋ ਇਸ ਨੂੰ ਉਜਾੜਨ ਦੀ ਨੀਤ ਨਾਲ ਉੱਤੇ ਬੈਠੇ ਨੇ। ਹਾਲਾਂਕਿ ਕੁਝ ਮੋਰਚਾ ਤਾਂ ਉਹ ਉਜਾੜ ਵੀ ਚੁੱਕੇ ਨੇ। ਵੱਡੇ ਇਲਜ਼ਾਮ ਹਰਦੀਪ ਸਿੰਘ ਡਿਬਡਵਾ ਨੇ ਲਾਏ ਨੇ।
ਡਿਪਟੀ ਨੇ ਕਿਹਾ ਕਿ 9 ਮਹੀਨਿਆਂ ਵਿੱਚ ਕਿਸਾਨ ਮੋਰਚੇ ਦਾ ਹੱਲ ਕੀ ਨਿਕਲਿਆ। ਕਿਸਾਨ ਲੀਡਰਾਂ ਨੇ ਜਿੱਥੇ ਲੋੜ ਹੈ ਉੱਥੇ ਕਿਸਾਨਾਂ ਨੂੰ ਬਿਠਾਇਆ ਨਹੀਂ, ਬਲਕਿ ਕਿਸਾਨਾਂ ਨੂੰ ਇੱਧਰ ਉੱਧਰ ਯੂਪੀ ਹਰਿਆਣਾ ਭਜਾਉਂਦੇ ਫਿਰਦੇ ਰਹਿੰਦੇ ਨੇ। ਕਰਨਾਲ ਦੇ ਵਿੱਚ 100% ਲੋਕ ਦਿੱਲੀ ਜਾਣ ਦਾ ਪ੍ਰੋਗਰਾਮ ਮੰਗਦੇ ਸੀ, ਪਰ ਕਿਸਾਨ ਲੀਡਰਾਂ ਨੇ ਸਟੇਜ ਤੋਂ ਕਿਸਾਨਾਂ ਨੂੰ ਸਹੁੰ ਖਵਾਈ ਕਿ ਜੋ ਅਸੀਂ ਕਹਾਂਗੇ ਤੁਸੀਂ ਉਹੀ ਮੰਨੋਗੇ। ਡਿਪਟੀ ਨੇ ਕਿਹਾ ਕਿ ਕਿਸਾਨ ਲੀਡਰ ਮੋਰਚੇ ਨੂੰ ਖਤਮ ਕਰਨਾ ਚਾਹੁੰਦੇ ਨੇ, ਸਾਰੇ ਸਰਕਾਰ ਦੇ ਨਾਲ ਮਿਲੇ ਹੋਏ ਨੇ, ਅਸੀਂ ਮੋਰਚਾ ਖਤਮ ਨਹੀਂ ਹੋਣ ਦੇਵਾਂਗੇ। ਦਿੱਲੀ ਤੋਂ ਵੱਡੀ ਖਬਰ ਆ ਰਹੀ ਹੈ, ਜਿੱਥੇ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ ਮੈਂਬਰੀ ਹੈ ਉਹ ਰੱਦ ਹੋ ਗਈ ਹੈ, ਕਿਉਂਕਿ ਸਿਰਸਾ ਪੰਜਾਬੀ ਦੀ ਪ੍ਰੀਖਿਆ 'ਚੋਂ ਫੇਲ ਹੋ ਗਏ ਨੇ। ਮਨਜਿੰਦਰ ਸਿੰਘ ਸਿਰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1358 ਉੱਤੇ ਲਿਖੀ ਬਾਣੀ ਨੂੰ ਪੜ੍ਹ ਨਹੀਂ ਸਕੇ। ਉਹਨਾਂ ਨੂੰ ਅਯੋਗ ਕਰਾਰ ਦਿੰਦਿਆਂ ਹੋਇਆਂ ਡਾਇਰੈਕਟੋਰੇਟ ਆਫ ਗੁਰਦੁਆਰਾ ਕਮਿਸ਼ਨ ਨੇ ਫੇਲ ਕਰ ਦਿੱਤਾ ਹੈ। ਕਮਿਸ਼ਨ ਦੇ ਵੱਲੋਂ ਜਾਰੀ ਚਿੱਠੀ ਦੇ ਮੁਤਾਬਿਕ ਸਿਰਸਾ ਨੇ ਆਪਣੀ ਮਰਜ਼ੀ ਦੇ ਨਾਲ ਜਿਹੜੇ 46 ਸ਼ਬਦ ਲਿਖੇ ਸੀ ਉਹਨਾਂ ਵਿੱਚੋਂ ਵੀ 27 ਗਲਤ ਨਿਕਲੇ ਨੇ। ਸਿਰਸਾ ਇਹਦੇ ਨਾਲ ਹੁਣ ਡੀਐਸਜੀਐਮਸੀ ਐਕਟ ਦੇ ਸੈਕਸ਼ਨ 10 ਦੇ ਵਿੱਚ ਕਮੇਟੀ ਮੈਂਬਰ ਬਣਨ ਤੋਂ ਜਿਹੜਾ ਹੈਗਾ ਉੱਕ ਗਏ ਨੇ। ਉਹ ਹੁਣ ਕਮੇਟੀ ਦੇ ਮੈਂਬਰ ਨਹੀਂ ਬਣ ਸਕਦੇ। ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਹੋ ਚੁੱਕੀ ਹੈ। ਵੱਡਾ ਝਟਕਾ ਜਿਹੜਾ ਗੁਰਦੁਆਰਾ ਕਮਿਸ਼ਨ ਨੇ ਦਿੱਤਾ ਹੈ ਮਨਜਿੰਦਰ ਸਿੰਘ ਸਿਰਸਾ ਨੂੰ। ਪਿਛਲੇ ਦਿਨੀ ਪਰਮਜੀਤ ਸਿੰਘ ਸਰਨਾ ਦੀ ਸ਼ਿਕਾਇਤ ਦੇ ਉੱਤੇ ਡਾਇਰੈਕਟੋਰੇਟ ਆਫ ਗੁਰਦੁਆਰਾ ਕਮਿਸ਼ਨ ਨੇ ਸੰਮਨ ਭੇਜੇ ਸੀ, ਸੰਮਨ ਕੀਤਾ ਸੀ ਮਨਜਿੰਦਰ ਸਿੰਘ ਸਿਰਸਾ ਨੂੰ ਕਿ ਉਹ ਆਪਣੇ ਅੰਮ੍ਰਿਤਧਾਰੀ ਹੋਣ ਦਾ ਅਤੇ ਪੰਜਾਬੀ ਗੁਰਮੁਖੀ ਲਿਪੀ ਜਾਣਦੇ ਹੋਣ ਦਾ ਸਬੂਤ ਦੇਣ। ਹਾਲਾਂਕਿ ਮਨਜਿੰਦਰ ਸਿੰਘ ਸਿਰਸਾ ਸਮੇਤ ਅਜਿਹੇ ਅਣਗਿਣਤ ਮੈਂਬਰ ਦਿੱਲੀ ਦੇ ਵਿੱਚ ਹੋਣਗੇ ਜਿਹੜੇ ਇਹ ਦੋਵੇਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਹੋਣਗੇ, ਪਰ ਸਿਆਸਤ ਤਾਂ ਸਿਆਸਤ ਹੁੰਦੀ ਹੈ। ਇਹਨਾਂ ਚੋਣਾਂ ਦੇ ਵਿੱਚ ਵੀ, ਧਾਰਮਿਕ ਚੋਣਾਂ ਦੇ ਵਿੱਚ ਵੀ ਸਿਆਸਤ ਖੂਬ ਚੱਲਦੀ ਹੈ ਤੇ ਸ਼ਾਇਦ ਉਹੀ ਕੁਝ ਦਿੱਲੀ ਦੇ ਵਿੱਚ ਚੱਲ ਰਿਹਾ ਹੈ। ਤੇ ਹੁਣ ਅੱਗੇ ਕੀ ਹੋਣਾ ਹੈ, ਕਿਉਂਕਿ ਉਹ ਦਿਨ ਵੀ ਨੇੜੇ ਆਉਂਦਾ ਜਾਂਦਾ ਹੈ ਜਦੋਂ ਨਵੀਂ ਕਮੇਟੀ ਦੀ ਚੋਣ ਹੋਣੀ ਹੈ, ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ, ਤੇ ਉਸ ਤੋਂ ਪਹਿਲਾਂ ਹਾਲੇ ਕੀ ਕੁਝ ਹੋਣਾ ਹੈ ਇਹ ਦੇਖਦੇ ਹੀ ਰਹਿੰਦੇ ਆ। ਉੱਤਰ ਪ੍ਰਦੇਸ਼ ਤੋਂ ਖਬਰ ਹੈ, ਜਿੱਥੇ ਕਿਸਾਨਾਂ ਨੇ ਆਪਣੀਆਂ ਕਬਰਾਂ ਖੁਦ ਪੁੱਟ ਲਈਆਂ ਨੇ। ਗਾਜ਼ੀਆਬਾਦ ਦੇ ਪਿੰਡ ਮੰਡੋਲਾ ਦੇ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਆਪਣੀਆਂ ਕਬਰਾਂ ਪੁੱਟ ਲਈਆਂ ਨੇ। ਇੱਥੇ ਕਿਸਾਨ ਵੱਖਰੇ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ। ਬਹੁ ਮੰਜ਼ਲਾ ਰਿਹਾਇਸ਼ੀ ਕਲੋਨੀ ਦੇ ਸਾਹਮਣੇ 6 ਪਿੰਡਾਂ ਦੇ ਕਿਸਾਨ ਮਕਾਨ ਵਿਕਾਸ ਪ੍ਰੀਸ਼ਦ ਦੇ ਵੱਲੋਂ ਜ਼ਮੀਨ ਐਕਵਾਇਰ ਕਰਨ ਦੇ ਖਿਲਾਫ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਨੇ। ਮੰਡੋਲਾ ਤੇ ਨੇੜੇ ਦੇ 6 ਪਿੰਡਾਂ ਦੀ 2600 ਏਕੜ ਜ਼ਮੀਨ ਮਕਾਨ ਵਿਕਾਸ ਪ੍ਰੀਸ਼ਦ ਨੇ 2000 ਦੇ ਵਿੱਚ ਐਕਵਾਇਰ ਕੀਤੀ ਸੀ ਤੇ ਕਿਸਾਨ ਢੁਕਵੇਂ ਮੁਆਵਜ਼ੇ ਦੀ ਮੰਗ ਦੇ ਲਈ ਮਰਨ ਵਰਤ ਤੇ ਬੈਠੇ ਨੇ। ਤੇ ਇਸ ਮਰਨ ਵਰਤ ਨੂੰ ਉਹਨਾਂ ਨੇ ਅਨੋਖਾ ਜਿਹੜਾ ਰੂਪ ਦਿੱਤਾ ਹੈ, ਕਬਰਾਂ ਪੁੱਟ ਕੇ ਉਹਦੇ ਵਿੱਚ ਬੈਠੇ ਹੋਏ ਨੇ। ਸੰਯੁਕਤ ਕਿਸਾਨ ਮੋਰਚੇ ਨੇ ਇਹ ਇਲਜ਼ਾਮ ਲਾਇਆ ਹੈ ਕਿ ਪੂਰੇ ਦੇਸ਼ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਐਲਾਨੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਦੇ ਨਾਲੋਂ ਘੱਟ ਕੀਮਤਾਂ ਮਿਲ ਰਹੀਆਂ ਨੇ। ਮੰਡੀਆਂ ਦੇ ਬਾਹਰ ਹਾਲਤ ਹੈ ਜਿਹੜੀ ਹੋਰ ਵੀ ਬਦਤਰ ਹੋ ਜਾਏਗੀ। ਭਾਰਤ ਸਰਕਾਰ ਕਿਸਾਨਾਂ ਦੀ ਦੁਰਦਸ਼ਾ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਦੇਸ਼ ਦੇ ਵਿੱਚ MSP ਗਰੰਟੀ ਕਾਨੂੰਨ ਹੈ ਜਿਹੜਾ ਉਹ ਬਣਾਇਆ ਜਾਵੇ, ਇਹ ਮੁੜ ਤੋਂ ਮੰਗ ਕੀਤੀ ਹੈ। ਤੇ ਨਾਲ ਹੀ ਉਹਨਾਂ ਨੇ ਕਰਨਾਟਕਾ ਦੇ ਮੁੱਖ ਮੰਤਰੀ ਦੇ ਇੱਕ ਬਿਆਨ ਦੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ SR ਬੋਮਈ ਨੇ ਕਿਸਾਨ ਅੰਦੋਲਨ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਦਿਆਂ ਕਿਹਾ ਹੈ ਕਿ ਕਿਸਾਨ ਸਪਾਂਸਰਡ ਨੇ। ਕਿਸਾਨਾਂ ਨੇ ਕਿਹਾ ਕਿ ਇਹ ਤੱਥ ਹੈ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਖੜ ਕੇ ਇਹ ਕਿਹਾ ਹੈ ਬਹੁਤ ਹੀ ਨਿੰਦਣਯੋਗ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਲੀਡਰ ਇਸ ਦੀ ਨਿੰਦਿਆ ਕਰਦੇ ਨੇ ਕਿ ਬਿਆਨ ਵਾਪਸ ਕਰਨ ਲਈ ਕਹਿੰਦੇ ਨੇ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇੱਕ ਨਵੀਂ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਕਿਸਾਨਾਂ ਦੇ ਬਾਰੇ ਗੱਲ ਕਰ ਰਹੇ ਨੇ, ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਮੋਦੀ ਸਰਕਾਰ, ਇਹ ਗੱਲ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਹਰ ਕਿਸਾਨ ਸ਼੍ਰੀ ਮੋਦੀ ਤੋਂ ਪਰੇਸ਼ਾਨ। ਇਸ ਹੈਸ਼ਟੈਗ ਦੇ ਤਹਿਤ ਮੈਂ ਇੱਕ ਮੁਹਿੰਮ ਹੈ ਜਿਹੜੀ ਉਹ ਚਲਾਉਣ ਜਾ ਰਿਹਾ, ਹਰ ਕਿਸਾਨ ਸ਼੍ਰੀ ਮੋਦੀ ਤੋਂ ਪਰੇਸ਼ਾਨ। SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਨੂੰ ਸੰਗਤ ਦੇ ਲਈ ਬੰਦ ਕਰਨ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਉਹਨਾਂ ਨੇ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਨਾਦਰਸ਼ਾਹੀ ਫੈਸਲਾ ਦੱਸਿਆ ਹੈ। ਜਗੀਰ ਕੌਰ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਮਨੁੱਖਤਾ ਦੇ ਅਧਿਆਤਮਕ ਕੇਂਦਰ ਨੇ। ਇਥੋਂ ਮਨੁੱਖ ਦੀ ਭਲਾਈ ਦੀਆਂ ਸੇਵਾਵਾਂ ਨੇ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ। ਬੰਗਲਾ ਸਾਹਿਬ ਨੂੰ ਬੰਦ ਕਰਨ ਦੇ ਹੁਕਮ ਦਿੱਲੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਪੁਗਾਉਣ ਵਾਲੇ ਨੇ, ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਸਰਕਾਰ ਇਸ ਫੈਸਲੇ ਨੂੰ ਤੁਰੰਤ ਵਾਪਸ ਲਵੇ, ਮਾਫੀ ਮੰਗੇ। ਕੇਜਰੀਵਾਲ ਨੂੰ ਯਾਦ ਕਰਵਾਇਆ ਜਗੀਰ ਕੌਰ ਨੇ ਕਿ ਉਹੀ ਗੁਰਦੁਆਰੇ ਨੇ ਜੋ ਕਰੋਨਾ ਵਿੱਚ ਲੋਕਾਂ ਨੂੰ ਲੰਗਰ ਤੇ ਹੋਰ
ਹੋਰ ਸੇਵਾਵਾਂ ਮੁਹੱਈਆ ਕਰਵਾਉਂਦੇ ਸੀ ਤੇ ਹੁਣ ਕਰੋਨਾ ਦੀ ਉਲੰਘਣਾ ਦਾ ਇਲਜ਼ਾਮ ਲਾ ਕੇ ਤੁਸੀਂ ਗੁਰੂ ਘਰ ਦੇ ਵਿੱਚ ਸੰਗਤ ਨੂੰ ਜਾਣ ਤੋਂ ਰੋਕ ਰਹੇ ਹੋ। ਇਹ ਬਹੁਤ ਹੀ ਸ਼ਰਮਨਾਕ ਹੈ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮਾਫੀ ਦੇ ਫੈਸਲੇ ਦੇ ਉੱਤੇ ਸਜ਼ਾ ਮਾਫੀ ਦੇ ਮਾਮਲੇ ਦੇ ਉੱਤੇ ਬਿਆਨ ਦਿੱਤਾ ਹੈ। ਜਗੀਰ ਕੌਰ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਮੋਦੀ ਸਰਕਾਰ ਰਾਜੋਆਣਾ ਦੀ ਸਜ਼ਾ ਮਾਫੀ ਸੰਬੰਧੀ ਜਾਣਬੁੱਝ ਕੇ ਦੇਰੀ ਕਰ ਰਹੀ ਹੈ, ਜਦਕਿ ਸੁਪਰੀਮ ਕੋਰਟ ਕਿੰਨਾ ਸਮਾਂ ਪਹਿਲਾਂ ਹੀ ਮੋਦੀ ਸਰਕਾਰ ਨੂੰ ਇਸ ਸੰਬੰਧੀ ਫੈਸਲਾ ਕਰਨ ਦੇ ਹੁਕਮ ਜਾਰੀ ਕਰ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਇਸ ਬਾਰੇ ਐਸਜੀਪੀਸੀ ਦੇ ਵੱਲੋਂ ਜਲਦ ਹੀ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਜਾਵੇਗੀ। ਹਾਲਾਂਕਿ ਚਿੱਠੀਆਂ ਕਈ ਵਾਰੀ ਲਿਖੀਆਂ ਗਈਆਂ ਨੇ, ਪਰ ਕਈ ਸਾਲਾਂ ਤੋਂ ਮੋਦੀ ਸਰਕਾਰ ਜਾਂ ਕਹਿ ਲਈਏ ਕਿ ਸੈਂਟਰ ਦੀ ਸਰਕਾਰ ਕੋਈ ਵੀ ਫੈਸਲਾ ਨਹੀਂ ਲੈ ਰਹੀ। ਦਰਅਸਲ ਬੀਬੀ ਜਗੀਰ ਕੌਰ ਨੂੰ ਮਿਲਣ ਦੇ ਲਈ ਖਾਸ ਤੌਰ ਤੇ ਐਸਜੀਪੀਸੀ ਦਫ਼ਤਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਪਹੁੰਚੇ ਸੀ, ਜਿਨ੍ਹਾਂ ਨੇ ਕਮੇਟੀ ਪ੍ਰਧਾਨ ਨੂੰ ਮਾਮਲੇ ਦੇ ਨਿਪਟਾਰੇ ਲਈ ਕੇਂਦਰ ਤੱਕ ਪਹੁੰਚ ਕਰਨ ਦੇ ਲਈ ਕਿਹਾ ਹੈ। ਕੇਂਦਰ ਦੀਆਂ ਨਜ਼ਰਾਂ ਦੇ ਵਿੱਚ ਸਰਦਾਰ ਖਾਲਿਸਤਾਨੀ ਨੇ, ਮੁਸਲਿਮ ਪਾਕਿਸਤਾਨੀ ਨੇ ਤੇ ਸਿਰਫ ਬੀਜੇਪੀ ਉਹ ਹਿੰਦੁਸਤਾਨੀ ਹੈ। ਇਹ ਕਹਿਣਾ ਹੈ ਪੀਡੀਪੀ ਮੁਖੀ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦਾ। ਮੁਫਤੀ ਨੇ ਕੇਂਦਰ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਜਵਾਹਰ ਲਾਲ ਨਹਿਰੂ ਤੇ ਅਟਲ ਬਿਹਾਰੀ ਵਾਜਪੇਈ ਵਰਗੇ ਲੀਡਰਾਂ ਦਾ ਜੰਮੂ ਕਸ਼ਮੀਰ ਦੇ ਲਈ ਦ੍ਰਿਸ਼ਟੀਕੋਣ ਸੀ, ਪਰ ਇਹ ਸਰਕਾਰ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਪਾੜਾ ਪਾ ਰਹੀ ਹੈ। ਜੰਮੂ ਦੇ ਵਿੱਚ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਲੋਕ ਜੰਮੂ ਕਸ਼ਮੀਰ ਨੂੰ ਇੱਕ ਪ੍ਰਯੋਗਸ਼ਾਲਾ ਦੇ ਵਜੋਂ ਵਰਤ ਰਹੇ ਨੇ ਤੇ ਸਿਰਫ ਐਕਸਪੈਰੀਮੈਂਟ ਕਰ ਰਹੇ ਨੇ। ਨਹਿਰੂ ਵਾਜਪਾਈ ਵਰਗੇ ਲੀਡਰਾਂ ਦਾ ਜੰਮੂ ਕਸ਼ਮੀਰ ਦੇ ਲਈ ਇੱਕ ਦ੍ਰਿਸ਼ਟੀਕੋਣ ਹੁੰਦਾ ਸੀ, ਪਰ ਇਹ ਸਰਕਾਰ ਹਿੰਦੂ ਤੇ ਮੁਸਲਮਾਨਾਂ 'ਚ ਪਾੜਾ ਪਾ ਰਹੀ ਹੈ, ਕਿਉਂਕਿ ਇਹਨਾਂ ਦੇ ਲਈ ਸਰਦਾਰ ਸਿਰਫ ਖਾਲਿਸਤਾਨੀ ਨੇ, ਅਸੀਂ ਯਾਨੀ ਕਿ ਮੁਸਲਿਮ ਪਾਕਿਸਤਾਨੀ ਆ ਤੇ ਸਿਰਫ ਬੀਜੇਪੀ ਹੀ ਹੁਣ ਹਿੰਦੁਸਤਾਨੀ ਰਹਿ ਗਈ। ਸੋਮਵਾਰ ਨੂੰ ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਦੇ ਵਿੱਚੋਂ ਅਗਵਾ ਕੀਤਾ ਗਿਆ ਨੌਜਵਾਨ ਮੁੰਡਾ ਤੜਕੇ ਮੰਗਲਵਾਰ ਨੂੰ ਸਵੇਰੇ ਕਰੀਬ 4 ਵਜੇ ਪੁਲਿਸ ਸੁਰੱਖਿਆ ਹੇਠ ਵਾਪਸ ਆਪਣੇ ਘਰ ਪਹੁੰਚ ਗਿਆ। ਪੁਲਿਸ ਮੁਤਾਬਿਕ ਅਗਵਾਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੈਪਾਲ ਐਂਡ ਰਾਜਨ ਫਰੂਟ ਕੰਪਨੀ ਦੇ ਮਾਲਕ ਜਸਪਾਲ ਦਾ 22 ਸਾਲ ਦਾ ਪੁੱਤਰ ਰਾਜਨ ਸੋਮਵਾਰ ਤੜਕੇ 4:30 ਵਜੇ ਸਬਜ਼ੀ ਮੰਡੀ ਸਥਿਤ ਆਪਣੀ ਦੁਕਾਨ ਤੇ ਕਾਰ 'ਚ ਉਤਰਿਆ ਸੀ। ਉਦੋਂ ਹੀ ਉਸ ਨੂੰ ਅਗਵਾ ਕਰ ਲਿਆ ਸੀ ਤੇ ਅਗਵਾਕਾਰਾਂ ਨੇ 2 ਕਰੋੜ ਦੀ ਫਿਰੌਤੀ ਮੰਗੀ ਸੀ, ਪਰ ਪੁਲਿਸ ਨੇ ਜਲਦੀ ਅਗਵਾਕਾਰਾਂ ਨੂੰ ਲੱਭ ਲਿਆ ਤੇ ਕਾਮਯਾਬ ਹੋ ਗਈ ਹੈ। ਮੁੰਡੇ ਨੂੰ ਆਪਣੇ ਘਰ ਪਹੁੰਚਾਉਣ ਦੇ ਵਿੱਚ ਸਹੀ ਸਲਾਮਤ। ਨੈਣਾ ਦੇਵੀ ਤੋਂ ਮੱਥਾ ਟੇਕ ਕੇ ਆ ਰਹੇ ਸ਼ਰਧਾਲੂਆਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ। ਸ਼੍ਰੀ ਅਨੰਦਪੁਰ ਸਾਹਿਬ ਨੈਣਾ ਦੇਵੀ ਰੋਡ ਤੇ ਇੱਕ ਵੱਡਾ ਹਾਦਸਾ ਉਦੋਂ ਵਾਪਰਿਆ ਜਦੋਂ ਭਾਰੀ ਮੀਂਹ ਦੌਰਾਨ ਨੈਣਾ ਦੇਵੀ ਦੇ ਦਰਸ਼ਨਾਂ ਤੋਂ ਬਾਅਦ ਸੰਗਤ ਮੁੜ ਆਪਣੇ ਘਰ ਨੂੰ ਆ ਰਹੀ ਸੀ। ਚਲਦੀ ਕਾਰ ਉੱਤੇ 2 ਵੱਡੇ ਰੁੱਖ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ। ਕਾਰ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਉਹਨਾਂ ਨੂੰ ਤੁਰੰਤ ਭਾਈ ਜੈਤਾ ਜੀ ਹਸਪਤਾਲ ਅਨੰਦਪੁਰ ਸਾਹਿਬ ਦਾਖਲ ਕਰਵਾਇਆ। ਭਾਰੀ ਰੁੱਖ ਡਿੱਗਣ ਦਾ ਕਾਰਨ ਮੀਂਹ ਹੀ ਦੱਸਿਆ ਜਾ ਰਿਹਾ ਹੈ, ਕਿਉਂਕਿ ਦਰਖਤ ਜੜਾਂ ਸਮੇਤ ਮਿੱਟੀ ਪੋਲੀ ਹੋਣ ਕਾਰਨ ਸੜਕ ਵਾਲੀ ਸਾਈਡ ਨੂੰ ਹੀ ਡਿੱਗ ਗਿਆ, ਜਿਸ ਦੇ ਥੱਲੇ ਇਨੋਵਾ ਗੱਡੀ ਆ ਗਈ ਤੇ ਮੌਕੇ ਤੇ ਗੱਡੀ ਦੀ ਛੱਤ ਵੀ ਦੱਬੀ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਸਵਾਰ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਨਾਲ ਹੀ ਸਥਾਨਕ ਲੋਕ ਵੀ ਪਹੁੰਚੇ। ਗੱਡੀ ਨੂੰ ਸਾਈਡ ਤੇ ਕਰਨ ਲਈ ਵੱਡੀ ਮਸ਼ੀਨ ਦਾ ਇਸਤੇਮਾਲ ਕੀਤਾ ਗਿਆ ਤੇ ਇਸ ਹਾਦਸੇ ਦਰਮਿਆਨ ਅੱਧਾ ਘੰਟਾ ਲਈ ਸੜਕ ਤੇ ਜਾਮ ਲੱਗਿਆ ਰਿਹਾ। ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਵਾਸੀ ਨੇ, ਨੈਣਾ ਦੇਵੀ ਤੋਂ ਮੱਥਾ ਟੇਕਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਸੀ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਸੱਟਾਂ ਫੇਟਾਂ ਸਾਰਿਆਂ ਦੇ ਜ਼ਰੂਰ ਲੱਗੀਆਂ ਨੇ। ਉਧਰ ਜੰਮੂ ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਦੇ ਵਿੱਚ ਵੀ ਮੰਗਲਵਾਰ ਸਵੇਰੇ ਥਲ ਸੈਨਾ ਦੇ ਹੈਲੀਕਾਪਟਰ ਦੇ ਨਾਲ ਹਾਦਸਾ ਵਾਪਰਿਆ ਜਦੋਂ ਹੈਲੀਕਾਪਟਰ ਥੱਲੇ ਡਿੱਗ ਗਿਆ। ਜ਼ਿਲ੍ਹੇ ਦੇ ਸ਼ਿਵਗੜ੍ਹ ਧਾਰ ਇਲਾਕੇ ਦੇ ਵਿੱਚ ਸਵੇਰੇ 10:30 ਵਜੇ ਤੋਂ ਲੈ ਕੇ ਪੌਣੇ 11 ਵਜੇ ਦੇ ਵਿਚਕਾਰ ਇਹ ਹਾਦਸਾ ਵਾਪਰਿਆ। ਸਥਾਨਕ ਲੋਕਾਂ ਨੇ ਹੈਲੀਕਾਪਟਰ ਦੇ ਵਿੱਚ ਦੋਵਾਂ ਜ਼ਖਮੀ ਪਾਇਲਟਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਵੀ ਪਹੁੰਚਾਇਆ, ਪਰ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਪਾਇਲਟ ਤੇ ਕੋ ਪਾਇਲਟ ਨੂੰ ਨਹੀਂ ਬਚਾਇਆ ਜਾ ਸਕਿਆ ਕਿਉਂਕਿ ਬਹੁਤ ਗੰਭੀਰ ਜ਼ਖਮੀ ਹੋ ਗਏ ਸੀ। ਘਟਨਾ ਦਾ ਕਾਰਨ ਇੱਥੇ ਵੀ ਭਾਰੀ ਮੀਂਹ ਅਤੇ ਧੁੰਦ ਨੂੰ ਦੱਸਿਆ ਜਾ ਰਿਹਾ ਹੈ, ਪਰ ਹਾਲੇ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। ਰੱਖਿਆ ਮੰਤਰਾਲੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮੁਟਿਆਰਾਂ ਨੂੰ ਐਨਡੀਏ ਪ੍ਰੀਖਿਆ ਦੇਣ ਦੀ ਇਜਾਜ਼ਤ ਦੇਣ ਵਾਲਾ ਨੋਟੀਫਿਕੇਸ਼ਨ ਅਗਲੇ ਸਾਲ ਮਈ ਤੱਕ ਜਾਰੀ ਕਰ ਦਿੱਤਾ ਜਾਏਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਬੜੀ ਅਹਿਮ ਟਿੱਪਣੀ ਕੀਤੀ ਹੈ ਬੋਲਣ ਦੇ ਉੱਤੇ। ਅਦਾਲਤ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਧਰਮ ਜਾਂ ਫਿਰ ਕਿਸੇ ਗਰੁੱਪ ਦੇ ਲਈ, ਕਿਸੇ ਸਮੂਹ ਦੇ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ। ਦਰਅਸਲ ਅਦਾਲਤ ਨੇ ਹੁਸ਼ਿਆਰਪੁਰ ਦੇ ਇੱਕ ਕੇਸ ਦੀ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ ਹੈ। ਮੁਲਜ਼ਮ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਲਈ ਜਾਤੀ ਸੂਚਕ ਸ਼ਬਦ ਵਰਤੇ ਸੀ। ਅਦਾਲਤ ਨੇ ਦੂਜੀ ਵਾਰੀ ਜ਼ਮਾਨਤ ਅਰਜ਼ੀ ਨੂੰ ਖਾਰਿਜ ਕਰ ਦਿੱਤਾ। ਮੁਲਜ਼ਮ ਨੇ ਨਾਮ ਬਦਲ ਕੇ ਨਵੀਂ ਆਈਡੀ ਰਾਹੀਂ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਮੁਲਜ਼ਮ ਹਾਲੇ ਫਰਾਰ ਹੈ। ਕਈ ਕੋਸ਼ਿਸ਼ਾਂ ਦੇ
ਬਾਵਜੂਦ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਅਦਾਲਤ ਮੁਤਾਬਿਕ ਇਹ ਕੇਸ ਜ਼ਮਾਨਤ ਦੇ ਲਈ ਜਾਂਚਿਆ ਹੀ ਨਹੀਂ ਜਾ ਸਕਦਾ। ਨਾਲੇ ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਕੁਝ ਵੀ ਕਹਿ ਦਿਓਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗ੍ਰੈਜੂਏਟ ਹਲਕੇ ਦੇ ਲਈ 26 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਲਈ ਕਈ ਬੂਥਾਂ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਨਵੀਆਂ ਤਰੀਕਾਂ ਦਾ ਐਲਾਨ ਹੈ ਜਿਹੜਾ ਜਲਦ ਹੀ ਕੀਤਾ ਜਾਏਗਾ। ਗ੍ਰੈਜੂਏਟ ਹਲਕੇ ਦੀਆਂ ਕੁੱਲ 15 ਸੀਟਾਂ ਦੇ ਲਈ ਵੋਟਾਂ ਪੈਣੀਆਂ ਨੇ। ਛੋਟੀ ਉਮਰ ਦੇ ਬੱਚਿਆਂ ਨੂੰ ਹੁਣ ਵਾਇਰਲ ਮੈਨਿਨਜੋ ਐਨਸੇਫਲਾਈਟਿਸ ਨਾਂ ਦੀ ਬਿਮਾਰੀ ਹੈ ਜਿਹੜੀ ਉਹ ਆਪਣਾ ਸ਼ਿਕਾਰ ਬਣਾ ਰਹੀ ਹੈ। ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਜੱਚਾ ਬੱਚਾ ਵਿਭਾਗ ਦੇ ਵੱਲੋਂ ਜਾਰੀ ਇੱਕ ਚਿੱਠੀ ਵਿੱਚ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾਕਟਰ ਹਰਸ਼ਿੰਦਰ ਕੌਰ ਨੇ ਦੱਸਿਆ ਕਿ ਇਸ ਵਾਇਰਲ ਦੀ ਲਾਗ ਵਾਲੇ ਬੱਚੇ ਹਸਪਤਾਲ ਦੇ ਬੱਚਾ ਐਮਰਜੈਂਸੀ ਵਾਰਡ ਦੇ ਵਿੱਚ ਲਗਾਤਾਰ ਭਰਤੀ ਹੋ ਰਹੇ ਨੇ। ਇਹਨਾਂ ਦੇ ਵਿੱਚੋਂ 4 ਮਰੀਜ਼ ਬੱਚਾ ਵਾਰਡ ਯੂਨਿਟ 3 ਵਿੱਚ ਜ਼ੇਰੇ ਇਲਾਜ ਨੇ, ਜਿਨ੍ਹਾਂ ਦੇ ਵਿੱਚੋਂ 2 ਸਾਲ 11 ਸਾਲ 5 ਸਾਲ ਤੇ 9 ਸਾਲ ਦੇ ਬੱਚੇ ਸ਼ਾਮਿਲ ਨੇ। 2 ਸਕੇ ਭੈਣ ਭਰਾ ਨੇ ਜੋ 10 ਦਿਨ ਪਹਿਲਾਂ ਹੀ ਯੂਪੀ ਤੋਂ ਆਏ ਨੇ। ਯੂਪੀ ਵਿੱਚ ਇਸ ਬਿਮਾਰੀ ਦੀ ਲਾਗ ਕਾਰਨ ਕਈ ਬੱਚਿਆਂ ਦੀ ਮੌਤ ਹੋਣ ਦੀ ਖਬਰ ਵੀ ਆ ਚੁੱਕੀ ਹੈ। ਬੱਚਾ ਵਿਭਾਗ ਨੇ ਮੈਡੀਕਲ ਸੁਪਰਡੈਂਟ ਨੂੰ ਇਹ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਸ ਬਾਰੇ ਲੋੜੀਂਦੀ ਕਾਰਵਾਈ ਕਰਦਿਆਂ ਹਸਪਤਾਲ ਦੇ ਵਿੱਚ ਜ਼ਰੂਰੀ ਸਾਫ਼ ਸਫਾਈ ਅਤੇ ਹੋਰ ਸਪਰੇਅ ਕਰਵਾਈ ਜਾਵੇ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸੋ ਆਪੋ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖੋ। ਇਸ ਦੇ ਕੀ ਲੱਛਣ ਹੁੰਦੇ ਨੇ ਇਸ ਬਾਰੇ ਵੀ ਅਸੀਂ ਤੁਹਾਨੂੰ ਜਲਦੀ ਦੱਸਾਂਗੇ ਵੱਖਰੇ ਵੀਡੀਓ ਦੇ ਵਿੱਚ। ਇਹ ਜਿਹੜਾ ਆਮ ਵਾਇਰਸ ਹੈਗਾ ਕੋਈ ਖਤਰਨਾਕ ਵਾਇਰਸ ਨਹੀਂ ਹੈ। ਮੂੰਹ ਰਾਹੀਂ ਸਰੀਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਦਿਮਾਗ ਤੇ ਇਸ ਦੇ ਆਲੇ ਦੁਆਲੇ ਦੇ ਟਿਸ਼ੂਆਂ ਦੇ ਵਿੱਚ ਜਾ ਕੇ ਜਮ੍ਹਾਂ ਹੋ ਜਾਂਦਾ ਹੈ, ਜਿੱਥੇ ਉਸ ਦੀ ਸੰਖਿਆ ਵੱਧਦੀ ਰਹਿੰਦੀ ਹੈ ਤੇ ਬੱਚਾ ਪੀੜਤ ਹੋ ਜਾਂਦਾ ਹੈ। ਚੰਡੀਗੜ੍ਹ ਦੇ ਵਿੱਚ ਸੁਖਨਾ ਝੀਲ ਦਾ ਪਾਣੀ ਖਤਰੇ ਦੇ ਨਿਸ਼ਾਨ ਤੱਕ ਪਹੁੰਚਣ ਕਾਰਨ ਫਲੱਡ ਗੇਟ ਖੋਲ ਦਿੱਤਾ ਗਿਆ ਹੈ। ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 1163 ਫੁੱਟ ਤੱਕ ਪਹੁੰਚ ਗਿਆ। ਇਸ ਕਰਕੇ ਯੂਟੀ ਪ੍ਰਸ਼ਾਸਨ ਨੇ ਮੰਗਲਵਾਰ ਸਵੇਰੇ 10:30 ਵਜੇ ਇੱਕ ਫਲੱਡ ਗੇਟ ਮੁੜ ਖੋਲ ਦਿੱਤਾ। ਇਸ ਸਾਲ ਵੱਧ ਮੀਂਹ ਕਾਰਨ ਤੀਜੀ ਵਾਰੀ ਹੁਣ ਤੱਕ ਸੁਖਨਾ ਝੀਲ ਦੇ ਫਲੱਡ ਗੇਟ ਖੋਲੇ ਗਏ ਨੇ। ਸੁਖਨਾ ਦੇ ਵਿੱਚ ਖਤਰੇ ਦਾ ਨਿਸ਼ਾਨ 1163 ਫੁੱਟ ਤੇ ਹੈ। 9 ਅਗਸਤ ਨੂੰ ਵੀ ਪਾਣੀ ਦਾ ਪੱਧਰ ਜਦੋਂ ਪਹੁੰਚ ਗਿਆ ਸੀ ਖਤਰੇ ਦੇ ਨਿਸ਼ਾਨ ਤੱਕ, ਉਦੋਂ ਵੀ ਫਲੱਡ ਗੇਟ ਖੋਲੇ ਗਏ ਸੀ। 2020 ਦੇ ਵਿੱਚ ਵੀ ਪਾਣੀ ਵਧਣ ਕਰਕੇ ਸੁਖਨਾ ਝੀਲ ਦੇ ਫਲੱਡ ਗੇਟ ਖੋਲੇ ਗਏ ਸੀ। ਕੈਨੇਡਾ ਦੇ ਚੋਣ ਨਤੀਜੇ ਦੱਸ ਦਈਏ ਤਾਂ ਬਹੁਮਤ ਭਾਵੇਂ ਨਹੀਂ ਮਿਲੇਗਾ, ਪਰ ਫਿਰ ਵੀ ਜਸਟਿਨ ਟਰੂਡੋ ਇਸ ਵਾਰ ਮੁੜ ਤੀਜੀ ਵਾਰੀ ਆਪਣੀ ਸਰਕਾਰ ਬਣਾਉਣਗੇ। ਜਗਮੀਤ ਸਿੰਘ ਕਿੰਗ ਮੇਕਰ ਬਣਨਗੇ। ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦੀ ਤੀਜੀ ਵਾਰੀ ਸਰਕਾਰ ਬਣੇਗੀ, ਪਰ ਇਹ ਘੱਟ ਗਿਣਤੀ ਹੋਏਗੀ ਕਿਉਂਕਿ ਲਿਬਰਲ ਪਾਰਟੀ ਨੂੰ ਬਹੁਮਤ ਪੂਰਾ ਹਾਸਲ ਨਹੀਂ ਹੋਇਆ। ਸੰਸਦੀ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਨੂੰ 338 ਵਿੱਚੋਂ 156 ਸੀਟਾਂ ਮਿਲੀਆਂ ਨੇ। ਚੋਣਾਂ ਦਾ ਨਤੀਜਾ 2 ਸਾਲ ਪਹਿਲਾਂ ਹੋਈਆਂ ਚੋਣਾਂ ਵਰਗਾ ਹੀ ਲੱਗਦਾ ਹੈ। 2019 ਦੇ ਵਿੱਚ ਲਿਬਰਲ ਪਾਰਟੀ ਨੂੰ 157 ਸੀਟਾਂ ਮਿਲੀਆਂ ਸੀ। ਹਾਊਸ ਆਫ ਕਾਮਨਸ ਦੇ ਵਿੱਚ ਬਹੁਮਤ ਦੇ ਲਈ 170 ਸੀਟਾਂ ਦੀ ਲੋੜ ਹੁੰਦੀ ਹੈ। 338 ਦੇ ਵਿੱਚੋਂ ਟਰੂਡੋ ਬਹੁਮਤ ਤੋਂ 14 ਸੀਟਾਂ ਪਿੱਛੇ ਨੇ। ਇਸ ਕਰਕੇ ਹੁਣ ਜਗਮੀਤ ਸਿੰਘ ਕਿੰਗ ਮੇਕਰ ਬਣਨਗੇ। ਐਨਡੀਪੀ ਪਾਰਟੀ ਨੂੰ ਇਸ ਵਾਰੀ ਜਿਹੜੀਆਂ ਸੀਟਾਂ ਨੇ ਉਹ 27-28 ਦੇ ਲਗਭਗ ਮਿਲੀਆਂ ਨੇ। ਪਿਛਲੀ ਵਾਰੀ ਇਹ ਸੀਟਾਂ 24 ਸੀਗੀਆਂ। ਕੰਜ਼ਰਵੇਟਿਵ ਪਾਰਟੀ ਹੈ ਜਿਹੜੀ ਮੁੱਖ ਵਿਰੋਧੀ ਪਾਰਟੀ, ਉਸ ਨੂੰ 121 ਸੀਟਾਂ ਮਿਲੀਆਂ ਨੇ ਤੇ ਪਿਛਲੀ ਵਾਰੀ ਵੀ ਇੰਨੀਆਂ ਹੀ ਸੀਟਾਂ ਕੰਜ਼ਰਵੇਟਿਵ ਪਾਰਟੀ ਨੂੰ ਮਿਲੀਆਂ ਸੀ। ਤੇ ਇਸ ਵਾਰ ਕੈਨੇਡਾ ਦੀਆਂ ਚੋਣਾਂ ਦੇ ਵਿੱਚ 17 ਪੰਜਾਬੀਆਂ ਨੇ ਜਿੱਤ ਦਰਜ ਕੀਤੀ ਹੈ। 47 ਪੰਜਾਬੀਆਂ ਨੇ ਇਸ ਵਾਰੀ ਚੋਣ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਸੀ ਤੇ ਇਸ ਵਾਰੀ 17 ਨੇ ਜਿੱਤ ਹਾਸਲ ਕੀਤੀ ਹੈ। ਇਹਨਾਂ ਵਿੱਚ ਜਗਮੀਤ ਸਿੰਘ, ਸਾਬਕਾ ਮੰਤਰੀ ਟਿਮ ਉਪਲ, 3 ਮੌਜੂਦਾ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਤੇ ਅਨੀਤਾ ਆਨੰਦ ਸ਼ਾਮਿਲ ਨੇ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ ਦੱਖਣੀ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁਖਬੀਰ ਗਿੱਲ ਨੂੰ ਹਰਾ ਕੇ ਮੁੜ ਜਿੱਤ ਹਾਸਲ ਕੀਤੀ ਹੈ। ਬਰਦੀਸ਼ ਚੱਗਰ ਨੇ ਆਪਣੀ ਵਾਟਰਲੂ ਸੀਟ ਬਰਕਰਾਰ ਰੱਖੀ ਤੇ ਆਨੰਦ ਨੇ ਵੀ ਓਕਵਿਲੇ ਸੀਟ ਹੈ ਜਿਹੜੀ ਉਹ ਹੱਥੋਂ ਨਹੀਂ ਜਾਣ ਦਿੱਤੀ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਰਨਬੀ ਸਾਊਥ ਸੀਟ ਹੈ ਜਿਹੜੀ ਉਹ ਜਿੱਤ ਲਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 3 ਵਾਰੀ ਲਿਬਰਲ ਪਾਰਟੀ ਦੇ ਐਮਪੀ ਸੁਖ ਧਾਲੀਵਾਲ ਨੇ ਐਨਡੀਪੀ ਦੇ ਅਵਨੀਤ ਜੋਹਲ ਨੂੰ ਹਰਾ ਕੇ ਸਰੀ ਨਿਊਟਨ ਸੀਟ ਹੈ ਜਿਹੜੀ ਉਸ ਤੇ ਜਿੱਤ ਦਰਜ ਕੀਤੀ ਹੈ। 2 ਵਾਰੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਵੀ ਐਨਡੀਪੀ ਦੀ ਸੋਨੀਆ ਆਂਦੀ ਨੂੰ ਹਰਾ ਕੇ ਸਰੀ ਸੈਂਟਰ ਦੀ ਸੀਟ ਜਿੱਤ ਲਈ ਹੈ। ਕਿਊਬੈਕ ਦੇ ਵਿੱਚ ਇੰਡੋ ਕੈਨੇਡੀਅਨ ਅੰਜੂ ਢਿੱਲੋਂ ਨੇ ਡੋਰਵਾਲ ਲੈਚਨ ਲਾਸਲੇ ਸੀਟ ਹੈ ਜਿਹੜੀ ਉਹ ਜਿੱਤ ਲਈ ਹੈ। ਕੰਜ਼ਰਵੇਟਿਵ ਪਾਰਟੀ ਦੇ ਲਈ ਐਡਮੰਟਨ ਮਿਲ ਵੁੱਡਸ ਸੀਟ ਤੋਂ ਮੁੜ ਜਿੱਤ ਗਏ ਨੇ। ਓਨਟਾਰੀਓ ਦੇ ਵਿੱਚ ਬ੍ਰੈਂਪਟਨ ਵਿੱਚ 4 ਮੌਜੂਦਾ ਸੰਸਦ ਮੈਂਬਰਾਂ ਮਨਿੰਦਰ ਸਿੱਧੂ, ਰੂਬੀ ਸਹੋਤਾ, ਸੋਨੀਆ ਸਿੱਧੂ ਤੇ ਕਮਲ ਖੇੜਾ ਵੀ ਜਿੱਤ ਗਏ ਨੇ। ਤੇ ਇਹ ਸਾਰੇ ਸੰਸਦ ਮੈਂਬਰ ਨੇ ਜਿਹੜੇ ਉਹ ਲਿਬਰਲ ਪਾਰਟੀ ਦੇ ਨਾਲ ਸੰਬੰਧਿਤ ਨੇ। ਤੇ ਮਨਿੰਦਰ ਸਿੱਧੂ ਜਿਹੜੇ ਕਿ ਜਲੰਧਰ ਜ਼ਿਲ੍ਹੇ ਦੇ ਕਸਬਾ ਮਲਸੀਆਂ ਦੇ ਨਰਿੰਦਰ ਸਿੰਘ ਸਿੱਧੂ ਦੇ ਪੁੱਤਰ ਨੇ, ਉਹ ਵੀ ਬ੍ਰੈਂਪਟਨ ਈਸਟ ਤੋਂ ਦੂਸਰੀ ਵਾਰੀ ਐਮਪੀ ਬਣੇ ਨੇ। ਤੇ ਮਲਸੀਆਂ ਪਿੰਡ ਦੇ ਲੋਕਾਂ ਨੂੰ ਇਸ ਜਿੱਤ ਤੇ ਬਹੁਤ ਮਾਣ ਹੈ ਤੇ ਇੱਥੇ ਲੋਕ ਖੁਸ਼ੀਆਂ ਮਨਾ ਰਹੇ ਨੇ। ਭਾਰਤ ਦੀਆਂ 13 ਹਾਈ ਕੋਰਟਾਂ ਨੂੰ ਨਵੇਂ ਚੀਫ ਜਸਟਿਸ ਮਿਲਣਗੇ। ਚੀਫ ਜਸਟਿਸ ਐਨਵੀ ਰਾਮੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕੋਲੀਜੀਅਮ ਨੇ ਕੇਂਦਰ ਨੂੰ ਤਰੱਕੀ ਦੇ ਲਈ 8 ਨਾਵਾਂ ਦੀ ਸਿਫਾਰਿਸ਼ ਕੀਤੀ ਹੈ, ਜਿਨ੍ਹਾਂ ਦੇ ਵਿੱਚ ਕਲਕੱਤਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਰਾਜੇਸ਼ ਬਿੰਦਲ ਦਾ ਨਾਮ ਸ਼ਾਮਲ ਹੈ। ਕੋਲੀਜੀਅਮ ਨੇ 5 ਮੁੱਖ ਜੱਜਾਂ ਨੂੰ ਵੱਖ-ਵੱਖ ਹਾਈ ਕੋਰਟਾਂ ਵਿੱਚ ਤਬਦੀਲ ਕਰਨ ਦੀ ਸਿਫਾਰਿਸ਼ ਵੀ ਕੀਤੀ ਹੈ।
ਅਫਗਾਨਿਸਤਾਨ ਤੋਂ ਇੱਕ ਖਬਰ ਹੈ ਜਿੱਥੇ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਹੈ ਕਿ ਜਿੰਨਾ ਜਲਦੀ ਸੰਭਵ ਹੋਵੇਗਾ ਕੁੜੀਆਂ ਨੂੰ ਅਸੀਂ ਪੜ੍ਹਾਈ ਕਰਨ ਦੀ ਇਜਾਜ਼ਤ ਦੇ ਦੇਵਾਂਗੇ। ਪੂਰੀ ਦੁਨੀਆ ਦੇ ਵਿੱਚ ਕਿਰਕਰੀ ਹੋ ਰਹੀ ਹੈ ਤਾਲਿਬਾਨੀ ਸਰਕਾਰ ਦੀ ਇਸ ਕਰਕੇ, ਕਿਉਂਕਿ ਸਕੂਲ ਖੁੱਲ ਗਏ ਨੇ ਪਰ ਉੱਥੇ ਪੁਰਸ਼ ਅਧਿਆਪਕ ਅਤੇ ਪੁਰਸ਼ ਵਿਦਿਆਰਥੀ ਹੀ ਜਾ ਸਕਦੇ ਨੇ। ਕੁੜੀਆਂ ਨਾ ਤਾਂ ਉੱਥੇ ਪੜ੍ਹਾ ਸਕਦੀਆਂ ਨੇ ਨਾ ਪੜ੍ਹ ਸਕਦੀਆਂ ਨੇ। ਪਰ ਹੁਣ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਅਸੀਂ ਅੰਤਿਮ ਰੂਪ ਦੇ ਰਹੇ ਹਾਂ ਆਪਣੇ ਫੈਸਲੇ ਨੂੰ, ਜਲਦੀ ਐਲਾਨ ਕਰਾਂਗੇ ਅਤੇ ਅਸੀਂ ਇਹ ਜ਼ਰੂਰ ਕਰਾਂਗੇ ਕਿ ਕੁੜੀਆਂ ਪੜ੍ਹਨ ਜਾਣਗੀਆਂ। ਹਾਲਾਂਕਿ ਉਹਨਾਂ ਨੇ ਇਹ ਸਾਫ਼ ਕੀਤਾ ਹੋਇਆ ਕੁਝ ਦਿਨ ਪਹਿਲਾਂ ਕਿ ਜੇ ਕੁੜੀਆਂ ਨੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਕਰਨੀ ਹੈ, ਕਾਲਜਾਂ ਸਕੂਲਾਂ ਦੇ ਵਿੱਚ ਜਾਣਾ ਹੈ ਤਾਂ ਉਹਨਾਂ ਨੂੰ ਹਿਜਾਬ ਪਾਉਣਾ ਹੋਊਗਾ। ਇਸ ਤੋਂ ਬਿਨਾਂ ਕੋਈ ਪੜ੍ਹਾਈ ਨਹੀਂ ਹੋਏਗੀ। ਤਾਲਿਬਾਨ ਨੇ ਕੁਝ ਹੋਰ ਮੰਤਰਾਲਿਆਂ ਦਾ ਵੀ ਐਲਾਨ ਕੀਤਾ ਹੈ ਪਰ ਇਹਨਾਂ ਦੇ ਵਿੱਚ ਕਿਸੇ ਵੀ ਔਰਤ ਨੂੰ ਹਾਲੇ ਤੱਕ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਹ ਵੀ ਸੱਚਾਈ ਹੈ। ਤਾਲਿਬਾਨ ਪਹਿਲਾਂ ਹੀ ਕਹਿ ਚੁੱਕਿਆ ਕਿ ਅਸੀਂ ਸਰਕਾਰ ਦੇ ਵਿੱਚ ਕਿਸੇ ਵੀ ਔਰਤ ਨੂੰ ਥਾਂ ਨਹੀਂ ਦੇਵਾਂਗੇ। ਇਸ ਦਰਮਿਆਨ ਵੱਡੀ ਖਬਰ ਹੈ ਜਿਹੜੀ ਉਹ ਐਮਨੈਸਟੀ ਇੰਟਰਨੈਸ਼ਨਲ ਤੋਂ ਆਈ ਹੈ। ਮਨੁੱਖੀ ਅਧਿਕਾਰਾਂ ਦੀ ਕੌਮਾਂਤਰੀ ਜਥੇਬੰਦੀ ਐਮਨੈਸਟੀ ਇੰਟਰਨੈਸ਼ਨਲ ਨੇ ਇਲਜ਼ਾਮ ਲਾਇਆ ਹੈ ਕਿ ਤਾਲਿਬਾਨ ਹੈ ਜਿਹੜਾ ਜਦੋਂ ਤੋਂ ਤਾਲਿਬਾਨ ਨੇ ਸੱਤਾ ਸੰਭੀ ਹੈ ਉਦੋਂ ਤੋਂ ਹੀ ਲੋਕਾਂ ਤੇ ਜ਼ੁਲਮ ਹੋ ਰਹੇ ਨੇ। ਐਮਨੈਸਟੀ ਇੰਟਰਨੈਸ਼ਨਲ ਅਤੇ 2 ਹੋਰ ਸੰਸਥਾਵਾਂ ਨੇ ਕਿਹਾ ਕਿ ਤਾਲਿਬਾਨ ਨੇ ਮਨੁੱਖੀ ਅਧਿਕਾਰਾਂ ਨੂੰ ਖਤਮ ਕਰਨ ਦੇ ਵਿੱਚ ਥੋੜੀ ਜਿਹੀ ਵੀ ਦੇਰੀ ਨਹੀਂ ਕੀਤੀ ਹੈ। ਮਨੁੱਖੀ ਅਧਿਕਾਰਾਂ ਨੂੰ ਰੌਂਦਣ ਦੇ ਕੁਝ ਮਾਮਲਿਆਂ ਦਾ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਿਆ। ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਵੱਡੇ ਪੱਧਰ ਤੇ ਹੋ ਰਹੇ ਸ਼ੋਸ਼ਣ ਦਾ ਇਹ ਛੋਟਾ ਜਿਹਾ ਹਿੱਸਾ ਹੈ ਜਿਹੜਾ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਕਰ ਰਹੇ ਨੇ। ਐਮਨੈਸਟੀ ਨੇ ਤਾਲਿਬਾਨ ਤੇ ਇਲਜ਼ਾਮ ਲਾਇਆ ਕਿ ਪਿਛਲੇ 20 ਸਾਲਾਂ ਦੇ ਵਿੱਚ ਜੋ ਵੀ ਸੁਧਾਰ ਕੀਤੇ ਗਏ ਸੀ ਉਹਨਾਂ ਨੂੰ ਤਾਲਿਬਾਨ ਸਰਕਾਰ ਲਗਾਤਾਰ ਖਤਮ ਕਰ ਰਹੀ ਹੈ। ਐਮਨੈਸਟੀ ਨੇ ਤਾਲਿਬਾਨ ਤੇ ਆਮ ਨਾਗਰਿਕਾਂ ਅਤੇ ਆਤਮ ਸਮਰਪਣ ਕਰਨ ਵਾਲੇ ਫੌਜੀਆਂ ਦੇ ਕਤਲ ਕਰਨ, ਮਨੁੱਖੀ ਸਹਾਇਤਾ ਰੋਕਣ ਅਤੇ ਲੋਕਾਂ ਦੀ ਖਾਸ ਤੌਰ ਤੇ ਔਰਤਾਂ ਦੀ ਆਜ਼ਾਦੀ ਤੇ ਰੋਕਾਂ ਲਾਉਣ ਦਾ ਇਲਜ਼ਾਮ ਵੀ ਲਾਇਆ ਹੈ। ਐਮਨੈਸਟੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਪੱਤਰਕਾਰਾਂ, ਪ੍ਰਦਰਸ਼ਨਕਾਰੀਆਂ ਦੇ ਨਾਲ-ਨਾਲ ਮਨੁੱਖੀ ਅਧਿਕਾਰ ਜਿਹੜੇ ਕਾਰਕੁਨ ਹੈਗੇ ਨੇ, ਮਨੁੱਖੀ ਸਮਾਜ ਸੇਵੀ ਹੈਗੇ ਨੇ, ਮਨੁੱਖੀ ਅਧਿਕਾਰ ਕਾਰਕੁਨ ਨੇ, ਉਹਨਾਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ। ਤਾਲਿਬਾਨ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛਲੀ ਵਾਰੀ ਨਾਲੋਂ ਉਹ ਬਦਲ ਗਏ ਨੇ ਪਰ ਜਿਹੜੀ ਸਾਡੀ ਰਿਪੋਰਟ ਹੈ ਉਹਨਾਂ ਦੇ ਇਹਨਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰਦੀ ਹੈ ਕਿ ਤਾਲਿਬਾਨ ਬਦਲ ਗਏ ਨੇ। ਖਬਰ ਇੰਗਲੈਂਡ ਤੋਂ ਹੈ ਅਤੇ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੇ ਨਾਲ ਜੁੜੀ ਹੋਈ ਹੈ। ਯੂਕੇ ਦੇ ਵਿੱਚ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਬਿਤਾਉਣੀ ਪਈ ਸੀ, ਅੰਗਰੇਜ਼ਾਂ ਨੇ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਜਾਣ-ਬੁੱਝ ਕੇ ਜ਼ਬਰਦਸਤੀ ਉੱਥੇ ਸੈਟਲ ਕਰ ਦਿੱਤਾ ਸੀ ਅਤੇ ਸਿੱਖ ਦਲੀਪ ਸਿੰਘ ਦੀ ਯਾਦ ਵਿੱਚ ਇੱਕ ਨਦੀ ਦੇ ਟਾਪੂ ਦੇ ਹਿੱਸੇ ਦਾ ਨਾਮ ਬਦਲਿਆ ਜਾਏਗਾ। ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ 1861 ਤੋਂ ਥੈਟਫੋਰਡ ਨਾਰਫੈਕ ਦੇ ਨੇੜੇ ਐਲਵੇਡਨ ਹਾਲ ਦੇ ਵਿੱਚ ਰਹਿੰਦੇ ਸੀ। ਸਥਾਨਕ ਡੈਮੋਕ੍ਰੇਸੀ ਰਿਪੋਰਟਿੰਗ ਸਰਵਿਸ ਦੇ ਮੁਤਾਬਿਕ ਥੈਟਫੋਰਡ ਦੇ ਵਿੱਚ ਲਿਟਲ ਆਊਸ ਨਦੀ ਦੇ ਉੱਤੇ ਬਟਨ ਆਈਲੈਂਡ ਨੂੰ ਮਹਾਰਾਜਾ ਦਲੀਪ ਸਿੰਘ ਅਤੇ ਰਣਜੀਤ ਸਿੰਘ ਦੇ ਪਾਰਕ ਵਜੋਂ ਜਾਣਿਆ ਜਾਏਗਾ। ਬ੍ਰੈਕਲੈਂਡ ਜ਼ਿਲ੍ਹਾ ਪਰਿਸ਼ਦ ਨੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਨਾਮ ਬਦਲਣ ਦੀ ਮਨਜ਼ੂਰੀ ਦੇ ਦਿੱਤੀ ਹੈ, ਪਾਰਕ ਦਾ ਨਾਮ ਬਦਲਣ ਦੀ। ਐਲਵੇਡਨ ਹਾਲ ਇੱਕ ਵਿਸ਼ਾਲ ਕੰਟਰੀ ਅਸਟੇਟ ਅਤੇ ਫਾਰਮ ਦੇ ਕੇਂਦਰ ਵਿੱਚ ਹੈ ਜੋ ਸਫੋਕ ਦੇ ਵਿੱਚ ਥੈਟਫੋਰਡ ਤੋਂ A11 ਦੇ ਹੇਠਾਂ ਲਗਭਗ 4.5 ਮੀਲ ਦੀ ਦੂਰੀ ਤੇ ਸਥਿਤ ਹੈ। ਬ੍ਰਿਟਿਸ਼ ਸਰਕਾਰ ਵੱਲੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਮਹਾਰਾਜਾ 1854 ਦੇ ਵਿੱਚ ਬਰਤਾਨੀਆ ਦੇ ਵਿੱਚ ਜਾ ਕੇ ਵਸ ਗਏ ਸੀ ਤੇ ਬਾਅਦ ਵਿੱਚ ਐਲਵੇਡਨ ਰਹਿਣ ਲੱਗ ਪਏ ਸੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।